ਸਤਨਾਮ ਸ੍ਰੀ ਵਾਹਿਗੁਰੂ ਜੀ। ਸਤਿਗੁਰ ਪਾਸ ਬੇਨੰਤੀਆ ਮਿਲੈ ਨਾਮ ਆਧਾਰਾ। ਤੁਠਾ ਸੱਚਾ ਪਾਤਸ਼ਾਹ ਤਾਪ ਗਿਆ ਸੰਸਾਰਾ। ਭਗਤਾਂ ਕੀ ਟੇਕ ਤੂੰ ਸੰਤਾਂ ਕੀ ਓਟ ਤੂੰ ਸੱਚਾ ਸਿਰਜਣਹਾਰਾ। ਸੱਚ ਤੇਰੀ ਸਮੱਗਰੀ ਸੱਚ ਤੇਰਾ ਦਰਬਾਰਾ। ਸੱਚ ਤੇਰੇ ਖਾਜੀਨਿਆਂ ਸੱਚ ਤੇਰਾ ਪਾਸਾਰਾ। ਤੇਰਾ ਰੂਪ ਅਗੰਮ ਹੈ ਅਨੂਪ ਤੇਰਾ ਦਰਸਾਰਾ। ਹਉ ਕੁਰਬਾਨੀ ਤੇਰਿਆਂ ਸੇਵਕਾਂ ਜਨ ਹਰ ਨਾਮ ਪਿਆਰਾ। ਸਭੇ ਇੱਛਾ ਪੂਰੀ ਆਜਾ ਪਾਇਆ ਅਗਮ ਅਪਾਰਾ। ਗੁਰ ਨਾਨਕ ਮਿਲਿਆ ਪਾਰ ਬ੍ਰਹਮ ਤੇਰਿਆ ਚਰਨਾਂ ਕੋ ਬਲਿਹਾਰਾ। ਸਤਨਾਮ ਸ੍ਰੀ ਵਾਹਿਗੁਰੂ ਜੀ। ਸ਼ਲੋਕ ਮਹੱਲਾ ਤੀਜਾ। ਭੈ ਵਿੱਚ ਜੰਮੈ ਭੈ ਮਰੈ ਭੀ ਭਉ ਮਨ ਮਹਿ ਹੋਏ। ਨਾਨਕ ਭੈ ਵਿੱਚ ਜੇ ਮਰੈ ਸਹਿਲਾਇਆ ਸੋਏ। ਭੈ ਵਿੱਚ ਜੰਮੈ ਭੈ ਮਰੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ ਪਤਿਤ ਪਾਵਨ ਭਗਤ ਵਸ਼ਲ ਕਿਰਪਾ ਨਿਧਾਨ ਸਤਿਗੁਰੂ ਦਸਾਂ ਪਾਤਸ਼ਾਹੀਆਂ ਦੇ ਹਿਰਦਾ ਸਰੂਪ ਆਤਮਿਕ ਜੋਤ ਸਰੂਪ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਸਾਜੀ ਨਵਾਜੀ ਪਰਮ ਸਨਮਾਨਯੋਗ ਗੁਰੂ ਕਾ ਰੂਪ ਖਾਲਸਾ ਸਾਧ ਸੰਗਤ ਜੀਓ। ਸਤਿਗੁਰਾਂ ਦੀ ਪਰਮ ਕਿਰਪਾਲਤਾ ਦਇਆਲਤਾ ਦਾ ਸਦਕਾ ਜੋ ਹਜ਼ੂਰ ਦੀ ਪਾਵਨ ਪਵਿੱਤਰ ਅੰਮ੍ਰਿਤਮਈ ਮੁੱਖ ਵਾਕ ਧੁਰ ਕੀ ਬਾਣੀ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਬਾਣੀ ਦੀ ਲੜੀਵਾਰ ਕਥਾ ਆਰੰਭ ਹੈ। ਗੁਰੂ ਕਿਰਪਾ ਸਦਕਾ ਮਾਝ ਰਾਗ ਦੀ ਵਾਰ ਵਿੱਚ ਇਹ ਕਥਾ ਚੱਲ ਰਹੀ ਹੈ। ਹੁਣ ਤੱਕ ਮਾਝ ਰਾਗ ਦੀਆਂ 24 ਪੌੜੀਆਂ ਦੀ ਵਿਚਾਰ ਹੋ ਚੁੱਕੀ ਹੈ। ਇਸ ਤੋਂ ਅੱਗੇ ਜੋ ਸਤਿਗੁਰੂ ਜੀ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ, ਸਤਿਗੁਰਾਂ ਦੀ ਕਿਰਪਾ ਨਾਲ ਤੇ ਆਪ ਸੰਗਤ ਦੀ ਅਸੀਸ ਦੁਆਰਾ ਹਜ਼ੂਰ ਦੇ ਮੁੱਖ ਵਾਕ ਪਰਮ ਪਵਿੱਤਰ ਕਲਿਆਣਕਾਰੀ ਬਚਨਾਂ ਨੂੰ ਵਿਚਾਰ ਕੇ ਸੁਣ ਕੇ ਹੋਰ ਲਾਹੇਵੰਦੇ ਹੋਣ ਦਾ ਯਤਨ ਕਰੀਏ। ਸ਼ਲੋਕ ਮਹੱਲਾ ਤੀਜਾ। ਤੀਜੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਮਹਾਰਾਜ ਪਰਮ ਪਵਿੱਤਰ ਬਚਨ ਫਰਮਾਉਂਦੇ ਹਨ। ਉੱਤਮ ਸ਼ਲੋਕ ਸਾਧ ਕੇ ਬਚਨ ਅਮਲੀਕ ਲਾਲ ਇਹ ਰਤਨ ਸੁਨਤ ਕਮਾਵਤ ਹੋਤ ਉਦਾਰ ਆਪ ਤਰਾ ਲੋਕ ਕਹਿ ਨਿਸਤਾਰ। ਇਹ ਉੱਤਮ ਬਚਨ ਹਨ ਸਤਿਗੁਰਾਂ ਦੇ ਸਵੈ ਸਰੂਪ ਰੂਪੀ ਲੋਕ ਦੀ ਪ੍ਰਾਪਤੀ ਕਰਾਉਣ ਵਾਲੇ ਬਚਨ ਹਨ। ਹਜ਼ੂਰ ਫਰਮਾ ਰਹੇ ਨੇ ਕਿ ਭੈ ਵਿੱਚ ਜੰਮੈ ਭੈ ਮਰੈ। ਇਹ ਮਨੁੱਖ, ਇਹ ਜੀਵ, ਸੰਸਾਰ ਦੇ ਸਮੁੱਚੇ ਜੀਵਾਂ ਬਾਰੇ ਹਜ਼ੂਰ ਕਹਿ ਰਹੇ ਨੇ ਭਈ ਇਹ ਜਦੋਂ ਜਨਮ ਲੈਂਦਾ ਉਦੋਂ ਵੀ ਭੈ ਵਿੱਚ ਹੀ ਹੁੰਦਾ, ਔਰ ਜਦੋਂ ਇਹ ਮਰਦਾ ਹੈ ਸਰੀਰਕ ਤੌਰ 'ਤੇ ਮਰਦਾ ਉਦੋਂ ਵੀ ਭੈ ਵਿੱਚ ਹੀ ਮਰਦਾ। ਕਿਉਂਕਿ ਸਹਿਮ, ਸੰਸਾ, ਤੌਖਲਾ, ਡਰ ਇਹ ਸਾਡੇ ਅੰਦਰ ਬਣਿਆ ਰਹਿੰਦਾ। ਜਨਮ ਤੋਂ ਲੈ ਕੇ ਮਰਨ ਤੱਕ ਇਹ ਡਰ ਸਾਡੇ ਅੰਦਰ ਅਨੇਕਾਂ ਤਰ੍ਹਾਂ ਦੇ ਨੇ। ਕਿਉਂਕਿ ਡਰ ਦੋ ਤਰ੍ਹਾਂ ਦਾ, ਵੈਸੇ ਦੋ ਰੂਪ ਮੰਨੇ ਨੇ ਡਰ ਦੇ। ਇੱਕ ਤਾਂ ਹੈ ਪਰਮੇਸ਼ਰ ਅਕਾਲ ਪੁਰਖ ਦਾ ਭੈ, ਭਾਵ ਵਾਹਿਗੁਰੂ ਦਾ ਭੈ, ਉਹਦੀ ਹੋਂਦ ਨੂੰ ਮੰਨਣਾ, ਵਾਹਿਗੁਰੂ ਦੇ ਅਦਬ ਵਿੱਚ ਰਹਿਣਾ ਤੇ ਉਹਦੇ ਭੈ ਥੱਲੇ ਹੋ ਕੇ ਵਿਚਰਨਾ, ਫਿਰ ਤਾਂ ਬੁਰਾ ਕਰਮ ਨਹੀਂ ਕਹਾਉਂਦਾ। ਪਰ ਮਨੁੱਖ ਨੇ ਪਰਮਾਤਮਾ ਦਾ ਡਰ ਛੱਡਿਆ ਤੇ ਇਸ ਕਰਕੇ ਹੋਰ ਅਨੇਕਾਂ ਤਰ੍ਹਾਂ ਦੇ ਡਰ ਇਹਨੂੰ ਵਿਆਪਦੇ ਨੇ। ਉਹ ਡਰ 7 ਪ੍ਰਕਾਰ ਦੇ
ਆਮ ਤੌਰ 'ਤੇ ਵਿਦਵਾਨਾਂ ਦੱਸੇ ਨੇ। ਯਹ ਭੈ ਪ੍ਰਲੋਕ ਭੈ ਜਨਮ ਵੇਦ ਨ ਜਾਤ, ਅਨ ਰੱਖਿਆ ਅਰ ਗੁਪਤ ਭੈ ਅਕਸ ਮਾਤਰ ਭੈ ਸਾਤ। ਭੂਤਾਂ ਪ੍ਰੇਤਾਂ ਦਾ, ਗੁਪਤ ਰੂਹਾਂ ਦਾ ਡਰ, ਹਨੇਰੇ 'ਚ ਡਰ ਜਾਣਾ, ਜੰਮਣ ਦਾ ਡਰ, ਮਰਨ ਦਾ ਡਰ, ਜਮਦੂਤਾਂ ਦਾ ਡਰ, ਔਰ ਰੱਸੀ ਪਈ ਹਨੇਰੇ 'ਚ ਉੱਥੇ ਵੀ ਖੜਕਾ ਹੋਣਾ ਤਾਂ ਡਰ ਜਾਣਾ, ਰੱਸੀ ਨੂੰ ਸੱਪ ਜਾਣ ਕੇ ਡਰ ਜਾਣਾ, ਮੌਤ ਦਾ ਭੈ ਬਣਿਆ ਰਹਿੰਦਾ ਵੀ ਮੈਨੂੰ ਕੋਈ ਦੁੱਖ ਨਾ ਦੇ ਦੇਵੇ, ਕੋਈ ਕੀੜਾ ਮਕੌੜਾ ਨਾ ਲੜ ਜਾਏ, ਕੋਈ ਡਾਂਗ ਸੋਟਾ ਨਾ ਮਾਰ ਦੇ, ਮੇਰੇ ਦੁਸ਼ਮਣ ਵੇਖ ਹਨ। ਅਨੇਕਾਂ ਤਰ੍ਹਾਂ ਦੇ ਇਹ ਡਰ ਪਰ ਤਾਂ ਹੀ ਹਨ ਕਿਉਂਕਿ ਵਾਹਿਗੁਰੂ ਦਾ ਉਜਲ ਭੈ ਨਹੀਂ ਧਾਰਨ ਕੀਤਾ ਅਤੇ ਵਾਹਿਗੁਰੂ ਦੀ ਹਜ਼ੂਰੀ ਵਿੱਚ ਇਹ ਮਨ ਨਹੀਂ ਰਹਿੰਦਾ। ਪਰਮਾਤਮਾ ਨੂੰ ਸਰਬ ਸ਼ਕਤੀਮਾਨ ਜਾਣ ਕੇ, ਹਾਜ਼ਰ ਨਾਜ਼ਰ ਜਾਣ ਕੇ, ਅੰਗ ਸੰਗ ਵਸਦਾ ਜਾਣ ਕੇ ਜੇ ਇਹ ਜੀਵ ਐਸੀ ਮਾਨਸਿਕ ਅਵਸਥਾ ਵਿੱਚ ਜੀਵਨ ਬਤੀਤ ਕਰਦਾ ਹੈ ਤਾਂ ਫਿਰ ਡਰ ਨਹੀਂ ਵਿਆਪਦਾ। ਭਗਤ ਕਬੀਰ ਜੀ ਵੀ ਸਰੀਰਕ ਤੌਰ 'ਤੇ ਤਾਂ ਸਾਡੇ ਵਰਗੇ ਮਨੁੱਖ ਹੀ ਸਨ, ਪਰ ਉਹਨਾਂ ਨੇ ਜਦੋਂ ਉਹ ਬਾਦਸ਼ਾਹ ਦੁਆਰਾ ਗ੍ਰਿਫਤਾਰ ਕੀਤੇ ਗਏ, ਈਨ ਮਨਾਉਣ ਦਾ ਯਤਨ ਕੀਤਾ ਗਿਆ ਤਾਂ ਉਹਨਾਂ ਨੂੰ ਪੰਡ ਵਾਂਗ ਬੰਨ੍ਹ ਕੇ ਹਾਥੀ ਅੱਗੇ ਸੁੱਟਿਆ ਗਿਆ, ਫਿਰ ਜੰਜੀਰਾਂ ਨਾਲ ਬੰਨ੍ਹ ਕੇ ਗੰਗਾ ਦੇ ਵਿੱਚ ਸੁੱਟਿਆ ਗਿਆ ਵੀ ਡੁੱਬ ਕੇ ਮਰ ਜਾਣਗੇ। ਪਰ ਉਹ ਆਪ ਬਚਨ ਲਿਖਦੇ ਨੇ, ਕਹਿੰਦੇ ਬਈ ਮਨ ਨਾ ਡਿੱਗੈ ਤਨ ਕਾਹੇ ਕੋ ਡਰਾਏ, ਚਰਨ ਕਮਲ ਚਿਤ ਰਹਿਓ ਸਮਾਏ। ਮੇਰਾ ਮਨ ਨਹੀਂ ਡਿੱਗਦਾ ਡੋਲਦਾ ਅਤੇ ਤਨ ਸਰੀਰ ਨੂੰ ਡਰਾ ਕੇ ਕੀ ਕਰ ਲਵੋਗੇ, ਕਿਉਂਕਿ ਮੇਰਾ ਚਿੱਤ ਵਾਹਿਗੁਰੂ ਦੇ ਚਰਨਾਂ ਕਮਲਾਂ ਵਿੱਚ ਸਮਾਇਆ ਹੋਇਆ। ਇਸ ਪ੍ਰਕਾਰ ਜਿਨ੍ਹਾਂ ਭਉ ਤਿਨ ਨਾਹੇ ਭਉ, ਮੁੱਚ ਭਉ ਨਿਭਵਿਆ, ਨਾਨਕ ਇਹੋ ਪਟੰਤਰਾ ਤਿਤ ਦੀਵਾਨ ਗਿਆ। ਹਜ਼ੂਰ ਕਹਿੰਦੇ ਨੇ ਜਿਨ੍ਹਾਂ ਨੂੰ ਪਰਮਾਤਮਾ ਦਾ ਭਉ ਹੈ ਨਾ, ਉਹਨਾਂ ਨੂੰ ਹੋਰ ਕੋਈ ਡਰ ਨਹੀਂ, ਕੋਈ ਭਉ ਨਹੀਂ। ਮੁੱਚ ਭਉ ਨਿਭਵਿਆ, ਜੋ ਵਾਹਿਗੁਰੂ ਵੱਲੋਂ ਨਿਭਾਵ ਨਿਡਰ ਹਨ ਉਹਨਾਂ ਨੂੰ ਬਹੁਤੇ ਭਉ, ਬਹੁਤੇ ਡਰ ਵਿਆਪਦੇ ਨੇ। ਇੱਥੇ ਵੀ ਇਹ ਹਜ਼ੂਰ ਬਚਨ ਫਰਮਾ ਰਹੇ ਨੇ ਕਿ ਜੀਵ ਜੰਮਦਾ ਵੀ ਭੈ ਵਿੱਚ ਹੈ। ਜਿਵੇਂ ਬਚਨ ਹਨ, ਕਰਮੀ ਸਹਿਜ ਨਾ ਊਪਜੈ, ਵਿਣ ਸਹਿਜੈ ਸਹਸਾ ਨਾ ਜਾਏ, ਨਹਿ ਜਾਏ ਸਹਸਾ। ਸਹਸਾ ਹੋਈ ਸਹਿਮ ਤੌਖਲਾ ਡਰ, ਨਹਿ ਜਾਏ ਸਹਸਾ ਕਿਤੈ ਸੰਜਮ ਰਹੇ ਕਰਮ ਕਮਾਏ, ਸਹਸਾ ਜੀਓ ਮਲੀਨ ਹੈ। ਇਸ ਤੌਖਲੇ 'ਚ ਰਹਿਣ ਕਰਕੇ, ਕਿਉਂਕਿ ਦੇਹ ਨੂੰ ਆਪਣਾ ਰੂਪ ਮੰਨਿਆ ਹੋਇਆ ਅਤੇ ਦੇਹ ਤੇ ਤਾਂ ਹੀ ਕੋਈ ਨੁਕਸਾਨ ਪਹੁੰਚਾਉਣਾ ਚਾਹੇ, ਅਤੇ ਇਸ ਕਰਕੇ ਮਨੁੱਖ ਦਾ ਮਨ ਡਰਦਾ ਹੈ। ਜਦੋਂ ਦੇਹ ਤੋਂ ਹੀ ਕੋਈ ਪਰੇ ਹੋ ਜਾਏ ਅਤੇ ਉੱਥੇ ਕਿਸੇ ਪ੍ਰਕਾਰ ਦਾ ਕੋਈ ਡਰ ਅਸਰ ਨਹੀਂ ਕਰਦਾ। ਸੋ ਹਜ਼ੂਰ ਕਹਿੰਦੇ ਨੇ ਕਿ ਭੈ ਵਿੱਚ ਜੰਮੈ। ਇਹ ਅਨੇਕਾਂ ਤਰ੍ਹਾਂ ਦੇ ਭੈ ਵਿੱਚ ਹੀ ਜੀਵ ਜਨਮ ਲੈਂਦਾ। ਜਿਵੇਂ ਹੰਗਤਾ ਵਿੱਚ ਹੀ ਆਉਂਦਾ, ਹੰਗਤਾ 'ਚ ਹੀ ਜਾਂਦਾ, ਹੰਗਤਾ 'ਚ ਹੀ ਕਰਮ ਕਮਾਉਂਦਾ, ਇਸੇ ਤਰ੍ਹਾਂ ਭੈ ਵਿੱਚ ਵੀ ਜਿੱਥੇ ਇਹਨੂੰ ਹਉਮੈ ਚੰਬੜੀ ਹੋਈ ਹੈ ਉੱਥੇ ਡਰ ਵੀ ਅਨੇਕਾਂ ਤਰ੍ਹਾਂ ਦੇ ਚੰਬੜੇ ਹੋਏ ਨੇ। ਗੁਰੂ ਦੀ ਪ੍ਰਸਾਦ ਕਿਰਪਾ ਨਾਲ ਕਿਸੇ ਦੇ ਅੰਦਰ ਸਹਿਜ ਅਵਸਥਾ, ਟਿਕਾ ਵਾਲੀ ਅਵਸਥਾ, ਚੌਥਾ ਪਦ ਪ੍ਰਾਪਤ ਹੋ ਜਾਏ, ਅਡੋਲ ਅਵਸਥਾ ਪ੍ਰਾਪਤ ਹੋਏ ਮਨ ਦੀ, ਅਤੇ ਉੱਥੇ ਇਹ ਸਹਿਮ ਤੌਖਲੇ ਡਰ ਨਹੀਂ ਰਹਿੰਦੇ। ਹਜ਼ੂਰ ਕਹਿੰਦੇ ਨੇ ਮਨੁੱਖ ਜੰਮਦਾ ਹੈ ਭੈ ਵਿੱਚ, ਭੈ ਮਰੈ ਅਤੇ ਭੈ ਵਿੱਚ ਹੀ ਮਰ ਜਾਂਦਾ ਹੈ। ਭੀ ਭਉ ਮਨ ਮੈਂ ਹੋਏ, ਭੀ ਬੌੜੋ ਭਾਵ ਜਿੰਨਾ ਚਿਰ ਜੀਵਨ ਜਿਉਂਦਾ ਹੈ। ਜਾਂ ਸਰੀਰਕ ਤੌਰ 'ਤੇ ਮ੍ਰਿਤੂ ਹੋ ਵੀ ਜਾਂਦੀ ਹੈ ਤਾਂ ਵੀ ਜਿਹੜੀ ਰੂਹ ਆਤਮਾ, ਰੂਹ ਖਾਸ ਕਰਕੇ, ਕਿਉਂਕਿ ਸੂਖਮ ਸਰੀਰ ਨਾਲ ਹੁੰਦਾ ਨਾ, ਮਨ ਨਾਲ ਹੁੰਦਾ, ਅਤੇ ਭੀ ਬੌੜੋ ਵੀ ਭਾਉ ਮਨ ਵਿੱਚ ਹੁੰਦਾ ਹੀ ਹੈ। ਇਸ ਭੈ ਤੋਂ, ਡਰਾਂ ਤੋਂ ਛੁਟਕਾਰਾ ਨਹੀਂ ਹੋ ਜਾਂਦਾ ਵੀ ਸਰੀਰਕ ਤੌਰ 'ਤੇ ਕੋਈ ਮਰ ਜਾਏਗਾ ਅਤੇ ਹੁਣ ਇਹਨਾਂ ਡਰਾਂ ਤੋਂ ਜਾਂ ਵਿਕਾਰਾਂ ਤੋਂ ਜਾਂ ਹੰਗਤਾ ਤੋਂ ਛੁੱਟ ਗਿਆ, ਐਸਾ ਨਹੀਂ ਹੈ। ਸੋ ਹਜ਼ੂਰ ਕਹਿੰਦੇ ਨੇ ਸਾਰਾ ਜੀਵਨ ਵੀ ਮਨ ਅੰਦਰ ਭੈ ਬਣੇ ਰਹਿੰਦੇ ਨੇ। ਫਿਰ ਅੱਗੇ ਬਚਨ ਕਰਦੇ ਹਨ, ਨਾਨਕ ਭੈ ਵਿੱਚ ਜੇ ਮਰੈ ਸਹਿਲਾ ਆਇਆ ਸੋਏ। ਪਹਿਲਾਂ ਹਜ਼ੂਰ ਨੇ ਕਹਿ ਦਿੱਤਾ ਵੀ ਭੈ ਵਿੱਚ ਹੀ ਜੰਮਦਾ, ਭੈ 'ਚ ਹੀ ਮਰਦਾ। ਹੁਣ ਇੱਥੇ ਕਹਿ ਰਹੇ ਨੇ ਕਿ ਜਿਹੜਾ ਭੈ ਵਿੱਚ ਹੀ ਮਰ ਜਾਂਦਾ ਉਹਦਾ ਇਸ ਦੁਨੀਆ 'ਤੇ ਆਉਣਾ ਲਾਭ ਦੇ ਸਹਿਤ ਹੈ। ਇਹਦਾ ਕੀ ਮਤਲਬ? ਇਹਦਾ ਮਤਲਬ ਇਹ ਹੈ ਕਿ ਸਤਿਗੁਰੂ ਅਮਰਦਾਸ ਮਹਾਰਾਜ ਕਹਿੰਦੇ ਨੇ ਜੇ ਪਰਮਾਤਮਾ ਦੇ ਭੈ ਵਿੱਚ ਰਹਿ ਕੇ ਇਹ ਜੀਵਤ ਭਾਵ ਤੋਂ ਮਰ ਜਾਂਦਾ ਨਾ, ਹੰਕਾਰ ਵੱਲੋਂ ਮਰ ਜਾਂਦਾ ਹੈ, ਜੇ ਪਰਮਾਤਮਾ ਦੇ ਭੈ ਵਿੱਚ ਰਹਿ ਕੇ ਮਨ ਮਰ ਜਾਂਦਾ ਹੈ, ਭਾਵ ਮਨ ਦੀਆਂ ਵਾਸ਼ਨਾਵਾਂ, ਮਨ ਦੀ ਹੰਗਤਾ, ਮਨ ਦੇ ਵਿਕਾਰ, ਔਗਣ ਦੋਸ਼, ਪਾਪ, ਮੈਲਾਂ ਇਹ ਮਰ ਜਾਂਦੀਆਂ ਹਨ।
ਇਹੀ ਹੈ ਮਨ ਦਾ ਮਰਨਾ। ਮਨ ਮਰੈ ਧਾਤ ਮਰ ਜਾਏ, ਬਿਨ ਮਨ ਮੂਏ ਕੈਸੇ ਹਰ ਪਾਏ। ਹਜ਼ੂਰ ਕਹਿੰਦੇ ਨੇ ਕਿ ਜੇ ਭੈ ਵਿੱਚ ਮਰਦਾ ਹੈ ਜੀਵਤ ਭਾਵ ਤੋਂ, ਹੰਕਾਰ ਵੱਲੋਂ ਮਰਦਾ ਹੈ ਤਾਂ ਸਹਿਲਾ ਆਇਆ ਸੋਏ। ਸਹਿਤ ਲਾਭ ਦੇ ਆਇਆ ਹੋਇਆ ਉਹ ਜੀਵ ਇਸ ਸੰਸਾਰ ਤੇ ਉਹਦਾ ਆਉਣਾ ਲਾਭ ਦੇ ਸਹਿਤ ਹੋ ਗਿਆ, ਯਾਨੀ ਕਿ ਸਫਲਾ ਹੋ ਗਿਆ। ਸਹਿਲਾ ਦਾ ਅਰਥ ਕੀਤਾ ਵਿਦਵਾਨਾਂ ਨੇ ਲਾਭ ਦੇ ਸਹਿਤ, ਫਲ ਦੇ ਸਹਿਤ ਸਫਲਤਾ ਉਹਨੂੰ ਪ੍ਰਾਪਤ ਹੋਈ, ਉਹਦਾ ਜੀਵਨ ਸਫਲਾ ਹੋ ਗਿਆ। ਸਫਲ 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 ਭਈ ਸਫਲ ਯਾਤਰਾ, ਆਵਣ ਜਾਣ ਰਹੇ ਮਿਲੇ ਸਾਧਾ। ਸੋ ਆਇਆ ਸਫਲ ਤਾਹੂ ਕੋ ਗਨੀਐ, ਜਾਸ ਰਸਨ ਹਰ ਹਰ ਮੁਖ ਭਨੀਐ। ਆਏ ਬਸ ਹੈ ਸਾਧੂ ਕੈ ਸੰਗੇ, ਅਨੰਦਨ ਨਾਮ ਧਿਆਵਹਿ ਰੰਗੇ। ਆਵਤ ਸੋਜਨ ਨਾਮੈ ਰਾਤਾ, ਜਾ ਕਉ ਦਇਆ ਮਇਆ ਵਿਦਾਤਾ। ਇੱਕ ਹੈ ਆਵਨ ਫਿਰ ਜੋਨ ਨਾ ਆਇਆ, ਨਾਨਕ ਹਰ ਕੈ ਦਰਸ ਸਮਾਇਆ। ਉਸ ਦਾ ਆਇਆ ਹੋਇਆ ਇਸ ਦੁਨੀਆ 'ਤੇ ਸਫਲਾ, ਯਾਨੀ ਜੀਵਨ ਸਾਰਾ ਸਫਲਾ ਹੋ ਗਿਆ। ਮਹੱਲਾ ਤੀਜਾ। ਭੈ ਵਿਣ ਜੀਵੈ ਬਹੁਤ ਬਹੁਤ। ਹੁਣ ਇੱਥੇ ਜਿਹੜਾ ਭੈ ਫਿਰ ਹਜ਼ੂਰ ਨੇ ਬਿਆਨ ਕੀਤਾ, ਇਹ ਹੈ ਪਰਮਾਤਮਾ ਦਾ ਭੈ। ਹਜ਼ੂਰ ਤੀਜੇ ਪਾਤਸ਼ਾਹ ਕਹਿੰਦੇ ਨੇ ਕਿ ਜੇ ਰੱਬ ਦਾ ਭੈ ਛੱਡ ਕੇ ਜਿਉਂਦਾ ਹੈ, ਪਰਮਾਤਮਾ ਦਾ ਭੈ ਭਉ, ਪਰਮਾਤਮਾ ਦਾ ਡਰ ਅਦਬ ਜੇ ਤਿਆਗਿਆ ਹੋਇਆ ਜੀਵ ਨੇ, ਤੇ ਭਾਵੇਂ ਬਹੁਤ 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 ਲੰਬਾ ਸਮਾਂ ਬਹੁਤ ਵੱਡਾ ਜੀਵਨ ਜੇ ਬਤੀਤ ਕਰਦਾ, ਬੜੀ ਲੰਬੀ ਉਮਰ ਜੇ ਭੋਗ ਲੈਂਦਾ, ਖੁਸ਼ੀਆਂ ਖੁਸ਼ੀ ਕਮਾਏ, ਤੇ ਖੁਸ਼ੀਆਂ ਦੀ ਖੁਸ਼ੀਆਂ ਸਿਰ ਖੁਸ਼ੀ ਕਮਾ ਲੈਂਦਾ। ਜਿਹੜੇ ਕੰਮਾਂ ਤੋਂ, ਜਿਹੜੇ ਪਦਾਰਥਾਂ ਤੋਂ ਖੁਸ਼ੀਆਂ ਹੀ ਖੁਸ਼ੀਆਂ ਮਿਲਣ, ਉਹ ਸਾਰਾ ਕੁਛ ਕਮਾ ਲੈਂਦਾ, ਇਕੱਠਾ ਕਰ ਲੈਂਦਾ, ਦੁਨਿਆਵੀ ਖੁਸ਼ੀਆਂ ਇਕੱਠੀਆਂ ਕਰ ਲੈਂਦਾ। ਤਾਂ ਨਾਨਕ ਭੈ ਵਿਣ ਜੇ ਮਰੈ, ਮੋਹ ਕਾਲੈ ਉੱਠ ਜਾਏ। ਹੋਰ ਬਹੁਤ ਕੁਛ ਕਮਾ ਲਿਆ, ਧਨ ਦੌਲਤ ਪਦਾਰਥ ਸਹੂਲੀਅਤ ਬਹੁਤ ਇਕੱਠੀ ਕਰ ਲਈ, ਖੁਸ਼ੀਆਂ ਮੌਜਾਂ ਬੜੀਆਂ ਮਾਣ ਲਈਆਂ ਦੁਨੀਆ ਵਿੱਚ, ਪਰ ਪਰਮਾਤਮਾ ਦਾ ਡਰ ਅਦਬ ਭੈ ਮਨ ਵਿੱਚ ਨਹੀਂ ਆਇਆ। ਤੇ ਇਸ ਤਰ੍ਹਾਂ ਡਰ ਤੋਂ ਬਗੈਰ ਹੀ ਸਰੀਰਕ ਤੌਰ 'ਤੇ ਉਮਰ ਭੋਗ ਕੇ ਜੇ ਮਰ ਗਿਆ ਹੈ, ਤਾਂ ਫਿਰ ਅੱਗੇ ਕੀ ਮਿਲੇਗਾ? ਮੋਹ ਕਾਲੈ ਉੱਠ ਜਾਏ। ਉਹ ਆਪਣੇ ਮੂੰਹ 'ਤੇ ਮੁਕਾਲਖ ਹੀ ਲਾ ਕੇ ਉੱਠ ਕੇ ਚਲਾ ਜਾਂਦਾ, ਮੂੰਹ ਕਾਲਾ ਲੈ ਕੇ ਉੱਠ ਕੇ ਇੱਥੋਂ ਜਾਂਦਾ। ਅੱਗੇ ਕੋਈ ਇੱਜ਼ਤ ਵਾਲੀ ਅਵਸਥਾ ਨਹੀਂ ਉਹਦੀ, ਅਗਲੀ ਪਰਮਾਤਮਾ ਦੀ ਦਰਗਾਹ ਵਿੱਚ ਕੋਈ ਇੱਜ਼ਤ ਵਾਲਾ ਸਥਾਨ ਨਹੀਂ ਮਿਲਦਾ, ਕੋਈ ਆਬਰੋ ਨਹੀਂ, ਕੋਈ ਸਤਿਕਾਰ ਨਹੀਂ ਉਸਦਾ ਹੁੰਦਾ। ਜਿਵੇਂ ਭਾਈ ਗੁਰਦਾਸ ਨੇ ਕਿਹਾ ਹੈ ਕਿ ਸੇਵਕ ਦਰਗਹਿ ਸੁਰਖਰੂ, ਵੇਮੁਖ ਮੁਖ ਕਾਲਾ। ਬੇਮੁਖਾਂ ਦਾ ਮੂੰਹ ਤਾਂ ਕਾਲਾ ਹੀ ਹੈ ਨਾ ਅੱਗੇ। ਸੋ ਇਸ ਪ੍ਰਕਾਰ ਹੀ ਇੱਥੇ ਦੱਸ ਰਹੇ ਨੇ ਹਜ਼ੂਰ। ਇੱਥੇ ਇੱਕ ਬੇਨਤੀ ਕਰਦੇ ਹਾਂ, ਬੜੇ ਲੋਕ ਐਸਾ ਵੀ ਪ੍ਰਚਾਰ ਕਰ ਰਹੇ ਨੇ ਕਿ ਅਗਲਾ ਜਹਾਨ ਕੋਈ ਹੈ ਨਹੀਂ, ਪਰ ਅਗਲਾ ਜਹਾਨ ਹੈ। ਇੱਕ ਮਸਕੀਨ ਜੀ ਨੇ ਬਚਨ ਸੁਣਾਇਆ ਕਿ ਬੰਗਲੌਰ ਵਿੱਚ ਉਹ ਕਥਾ ਕਰਨ ਗਏ ਸੀ, ਅਤੇ ਉੱਥੇ ਇੱਕ ਡਾਕਟਰ ਸਤਵੰਤ ਕੌਰ ਸਿੱਖ ਬੀਬੀ, ਉਹ ਸਾਈਕੋਲੋਜੀ ਦੀ ਮੇਰੇ ਖਿਆਲ ਡਾਕਟਰ ਸੀ, ਅਤੇ ਉਹਨੇ ਇੱਕ ਕਿਤਾਬ ਵੀ ਲਿਖੀ। ਉਦੋਂ ਉਸ ਕਿਤਾਬ ਦੀ ਕੀਮਤ ਜਦੋਂ ਪਹਿਲੀ ਵਾਰੀ ਛਪੀ ਹੈ 2200 ਰੁਪਈਆ ਸੀ, ਅਤੇ ਮਸਕੀਨ ਜੀ ਨੂੰ ਉਹਨੇ ਉਹ ਕਿਤਾਬ ਭੇਟਾ ਕੀਤੀ। ਉਹਨਾਂ ਫਿਰ ਪੜ੍ਹੀ। ਉਸ ਕਿਤਾਬ ਵਿੱਚ 105 ਘਟਨਾਵਾਂ ਦਾ ਜ਼ਿਕਰ ਸੀ, ਸਬੂਤਾਂ ਨਾਮਾਂ ਦੇ ਆਧਾਰ 'ਤੇ ਸਬੂਤ ਵੀ ਪੇਸ਼ ਕੀਤੇ ਗਏ, ਨਾਮ ਦੱਸੇ ਗਏ ਸੀ ਕਿੱਥੇ ਕਿੱਥੇ ਕੀ ਹੋਇਆ। ਕੁਝ ਬੱਚਿਆਂ ਨੇ ਜੋ ਆਪਣੇ ਪੂਰਬਲੇ ਜਨਮਾਂ ਬਾਰੇ ਦੱਸਿਆ ਉਹ ਸਬੂਤ ਸੀ, ਅਤੇ ਕੁਛ ਜਿਹੜੇ ਮਨੁੱਖ ਚੜ੍ਹਾਈ ਕਰ ਗਏ ਅਤੇ ਫਿਰ ਵਾਪਸ ਆ ਗਏ ਸਰੀਰਕ ਮ੍ਰਿਤੂ ਤੋਂ ਬਾਅਦ, ਕਾਫੀ ਸਮੇਂ ਬਾਅਦ ਜਿਹੜੇ ਫਿਰ ਜਿਉਂਦੇ ਹੋਏ, ਅਤੇ ਉਹਨਾਂ ਜੋ ਪਰਲੋਕ ਦਾ ਹਾਲ ਦੱਸਿਆ ਉਹ ਉਸ ਕਿਤਾਬ 'ਚ ਲਿਖਿਆ ਹੋਇਆ ਸੀ। ਉਹਦੇ ਵਿੱਚੋਂ ਫਿਰ 2-3 ਘਟਨਾਵਾਂ ਜਿਹੜੀਆਂ ਲਿਖੀਆਂ ਸਨ, ਉਹਨਾਂ ਦੀ ਪੁਸ਼ਟੀ ਕੀਤੀ ਗਿਆਨੀ ਸੰਤ ਸਿੰਘ ਮਸਕੀਨ ਜੀ ਨੇ। ਇੱਕ ਹਲਦਵਾਨੀ ਸ਼ਹਿਰ ਆ ਰਾਜਸਥਾਨ 'ਚ, ਉੱਥੋਂ ਦਾ ਇੱਕ ਬਜ਼ੁਰਗ ਸੀ ਬਿਸ਼ਨ ਸਿੰਘ। ਉਹ ਚੜ੍ਹਾਈ ਕਰਕੇ ਅਤੇ ਕਾਫੀ ਘੰਟਿਆਂ ਬਾਅਦ ਅਗਲੇ ਦਿਨ ਜੀ ਉੱਠਿਆ ਸੀ, ਅਤੇ ਉਹਨੇ ਪਰਲੋਕ ਬਾਰੇ ਬੜਾ ਕੁਛ ਦੱਸਿਆ, ਅਤੇ ਉਹਨੂੰ ਮਸਕੀਨ ਜੀ ਮਿਲੇ ਸਨ। ਅਤੇ ਉਹ ਫਿਰ ਜਦੋਂ ਮਰਨ ਤੋਂ ਬਾਅਦ ਜਿਉਂਦਾ ਹੋਇਆ ਸੀ, ਅਤੇ ਰੋਜ਼ 8-9 ਘੰਟੇ ਗੁਰਦੁਆਰਾ ਸਾਹਿਬ ਸੇਵਾ ਸਿਮਰਨ ਕਰਦਿਆਂ ਬਤੀਤ ਕਰਦਾ ਸੀ, ਅਤੇ ਕਹਿੰਦਾ ਸੀ ਮਸਕੀਨ ਜੀ ਇਹਦੋਂ ਅੱਗੇ ਤਾਂ ਹੋਰ ਕੋਈ ਗੱਲ ਨਹੀਂ ਨਾ, ਹੁਣ ਤਾਂ ਅੱਖੀਂ ਮੈਂ ਸਾਰਾ ਕੁਝ ਵੇਖ ਆਇਆ, ਅਤੇ ਮਰੇ ਨੂੰ ਫਿਰ ਵਾਹਿਗੁਰੂ ਨੇ ਜਿਉਂਦਾ ਕੀਤਾ। ਜੇ ਸਮਾਂ ਮਿਲਿਆ ਤਾਂ ਹੁਣ ਇਸ ਪਾਸੇ ਲਾਈਏ, ਤਾਂ ਕਰਕੇ ਮੈਂ ਰੋਜ਼ ਗੁਰਦੁਆਰਾ ਸਾਹਿਬ ਆ ਕੇ ਸਾਰਾ ਦਿਨ ਬਤੀਤ ਕਰਦਾ। ਇੱਕ ਇਸੇ ਤਰ੍ਹਾਂ ਲੜਕੀ ਸੀ ਬੱਚੀ, ਉਸਨੇ ਆਪਣਾ ਪਿਛਲਾ ਜਨਮ ਦੱਸਿਆ। ਉਹ
ਜਿਹੜੀ ਯੂਪੀ ਦੀ ਰਾਜਧਾਨੀ ਲਖਨਊ ਤੇ ਕਾਨਪੁਰ, ਇਹ ਦੋ ਸ਼ਹਿਰਾਂ ਦੀ ਘਟਨਾ ਹੈ। ਇੱਕ 'ਚ ਪਹਿਲਾ ਜਨਮ ਸੀ ਉਹਦਾ ਤੇ ਹੁਣ ਦੂਜੀ ਵਾਰੀ ਦੂਜੇ ਥਾਂ ਜਨਮ ਹੋਇਆ ਸੀ। ਉਹਨੇ ਦੱਸਿਆ ਕਿ ਕਿਸੇ ਨਰਸ ਦੇ ਕਹਿਣ ਕਰਕੇ, ਝੂਠੀ ਚੁਗਲੀ ਲਾਉਣ ਕਰਕੇ ਮੇਰੇ ਪਤੀ ਨੇ ਜ਼ਹਿਰ ਵਾਲਾ ਟੀਕਾ ਲਾ ਕੇ ਮੈਨੂੰ ਮਾਰਿਆ ਸੀ ਤੇ ਟਰੰਕ ਵਿੱਚ ਬੰਦ ਕਰਕੇ ਇੱਕ ਟ੍ਰੇਨ 'ਤੇ ਉਹ ਚੜ੍ਹ ਗਿਆ ਤੇ ਨਦੀ ਦੇ ਕਿਨਾਰੇ ਉਹਨੇ ਸੁੱਟ ਦਿੱਤਾ ਟਰੰਕ। ਉੱਥੇ ਮੇਰੀ ਲਾਸ਼ ਸੜ ਗਲ ਗਈ ਸੀ। ਹੁਣ ਵੀ ਤੁਸੀਂ ਪਤਾ ਕਰ ਸਕਦੇ ਹੋ। ਤੇ ਇਸ ਤਰ੍ਹਾਂ ਮੇਰੇ ਪਤੀ ਦਾ ਐਡਾ ਦੋਸ਼ ਨਹੀਂ ਸੀ, ਉਹ ਭੋਲਾ ਸੀ, ਪਰ ਉਹ ਨਰਸ ਨੇ ਉਹਦੇ ਕੋਲੋਂ ਮੈਨੂੰ ਮਰਵਾਇਆ। ਪਰ ਉਹਦੇ ਬਿਆਨਾਂ ਦੇ ਆਧਾਰ 'ਤੇ ਕੋਰਟ ਵਿੱਚੋਂ ਕੋਈ ਫੈਸਲਾ ਨਹੀਂ ਹੋ ਸਕਿਆ, ਕਿਉਂਕਿ ਉਹ ਕੋਰਟ ਸਰਕਾਰਾਂ ਆਦਿ ਪੁਨਰ ਜਨਮ ਨੂੰ ਨਹੀਂ ਕਾਨੂੰਨ ਮੰਨਦਾ ਇੰਡੀਆ ਦਾ। ਇਤਿਆਦਿਕ ਕਹਿਣ ਤੋਂ ਮੁਰਾਦ ਹੈ, ਸਤਿਗੁਰੂ ਜੀ ਨੇ ਕਿਹਾ ਹੈ, ਨਾਨਕ ਜੀ ਉਪਾਏ ਕਹਿ ਲਿਖਨਾਵੈ, ਧਰਮ ਬਹਾਲਿਆ ਉੱਥੇ ਸੱਚੇ ਹੀ ਸੱਚ ਨਿਬੜੈ, ਚੁਣ ਵੱਖ ਕੱਢੇ ਜਜਮਾਲਿਆ। ਬੇਅੰਤ ਬਚਨ ਗੁਰੂ ਗ੍ਰੰਥ ਸਾਹਿਬ ਵਿੱਚ ਅਗਲੇ ਜਹਾਨ ਬਾਰੇ ਨੇ। ਇੱਥੇ ਵੀ ਹਜ਼ੂਰ ਕਹਿ ਰਹੇ ਨੇ ਕਿ ਜਿਹੜਾ ਵਾਹਿਗੁਰੂ ਦੇ ਭੈ ਤੋਂ ਬਗੈਰ ਹੀ ਜਿਉਂਦਾ ਰਿਹਾ ਤੇ ਭੈ ਤੋਂ ਬਗੈਰ ਹੀ ਇੱਥੇ ਮਰ ਗਿਆ ਦੁਨੀਆ ਵਿੱਚ, ਤੇ ਅੱਗੇ ਪਰਲੋਕ ਵਿੱਚ ਗਿਆ ਤੇ ਮੂੰਹ ਕਾਲਾ ਲੈ ਕੇ ਉੱਠ ਕੇ ਗਿਆ, ਇੱਥੋਂ ਕੋਈ ਇੱਜ਼ਤ ਨਹੀਂ ਅਗਲੇ ਜਹਾਨ 'ਚ ਹੋਈ। ਪੌੜੀ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਦੇ ਮੁਬਾਰਕ ਬਚਨ ਹਨ। ਸਤਿਗੁਰ ਹੋਏ ਦਇਆਲ ਤਾਂ ਸਰਦਾ ਪੂਰੀ ਹੈ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦਇਆਲੂ ਕਿਰਪਾਲੂ ਜੇ ਸਿੱਖ 'ਤੇ ਹੋ ਜਾਂਦੇ ਨੇ ਤਾਂ ਉਹਨੂੰ ਪੂਰਨ ਸ਼ਰਧਾ ਪਰਮਾਤਮਾ ਉੱਪਰ ਵੱਧ ਜਾਂਦੀ ਹੈ। ਸ਼ਰਧਾ ਦਾ ਅਰਥ ਹੈ ਨਿਸ਼ਚਾ, ਪੂਰਨ ਨਿਸ਼ਚਾ, ਪੂਰਨ ਭਰੋਸਾ ਪਰਮਾਤਮਾ 'ਤੇ ਹੁੰਦਾ। ਇੱਕ ਇਹ ਅਰਥ ਹੈ। ਦੂਜਾ ਅਰਥ ਕਿ ਜਿਹੜੀ ਉਹਦੀ ਸ਼ਰਧਾ ਗੁਰੂ ਸਾਹਿਬ 'ਤੇ ਧਾਰਨ ਕੀਤੀ ਹੋਈ, ਜਦੋਂ ਸਤਿਗੁਰੂ ਜੀ ਦਿਆਲੂ ਕਿਰਪਾਲੂ ਹੁੰਦੇ ਨੇ ਤੇ ਸ਼ਰਧਾ ਨੂੰ ਪੂਰਨ ਕਰ ਦਿੰਦੇ, ਯਾਨੀ ਸੱਧਰ ਪੂਰੀ ਕਰ ਦਿੰਦੇ। ਇੱਛਾ ਕਾਮਨਾ ਜਿਸ ਕਰਕੇ ਗੁਰੂ ਮਹਾਰਾਜ ਦੇ ਚਰਨਾਂ 'ਚ ਸ਼ਰਧਾ ਕੀਤੀ ਤਾਂ ਫਿਰ ਉਹਦਾ ਫਲ ਪੂਰਨ ਤੌਰ 'ਤੇ ਬਖਸ਼ਦੇ ਨੇ। ਜਦੋਂ ਸਤਿਗੁਰੂ ਦਿਆਲੂ ਹੁੰਦੇ ਨੇ ਉਦੋਂ ਸ਼ਰਧਾ ਨੂੰ ਪੂਰਾ ਫਲ ਲੱਗਦਾ। ਸਤਿਗੁਰ ਹੋਏ ਦਇਆਲ ਨਾ ਕਬਹੂ ਝੂਰੀ ਹੈ। ਜਦੋਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦਇਆ ਦ੍ਰਿਸ਼ਟੀ ਕਰਦੇ ਨੇ, ਦਇਆ ਦੇ ਘਰ ਵਿੱਚ ਆਉਂਦੇ ਨੇ, ਤਾਂ ਨਾ ਕਬਹੂ ਝੂਰੀਆ, ਕਦੇ ਵੀ ਫਿਰ ਸਾਨੂੰ ਝੂਰਨਾ ਨਹੀਂ ਪੈਂਦਾ। ਜੀਵ ਕਦੇ ਵੀ ਝੂਰਦਾ ਨਹੀਂ ਹੈ ਜਿਹਦੇ 'ਤੇ ਸਤਿਗੁਰੂ ਦਿਆਲੂ ਹੋ ਜਾਂਦਾ, ਕਿਉਂਕਿ ਸ਼੍ਰੀ ਗੁਰ ਦਇਆਲ ਸੀ, ਦਇਆ ਨਾ ਆਨ ਦੇਵ ਮੈਂ, ਜੋ ਖੰਡ ਬ੍ਰਹਮੰਡ ਉਦੈ ਅਸਤਲੋ ਧਾਈ ਹੈ। ਭਾਈ ਗੁਰਦਾਸ ਨੇ ਕਿਹਾ, ਸਤਿਗੁਰੂ ਵਰਗੀ ਦਇਆ ਮਇਆ ਮਿਹਰ ਕਿਸੇ ਹੋਰ ਦੇ ਪਾਸ ਹੈ ਹੀ ਨਹੀਂ। ਤੇ ਸਤਿਗੁਰੂ ਮਹਾਰਾਜ ਜਿਸ ਤਰੀਜ ਪੈਂਦੇ ਦਿਆਲੂ ਹੋ ਜਾਂਦੇ ਨੇ, ਉਹਨੂੰ ਫਿਰ ਕਦੇ ਵੀ ਝੋਰਾ ਨਹੀਂ ਵਿਆਪਦਾ। ਚਿੰਤਾ, ਝੋਰਾ, ਫਿਕਰ, ਸੋਗ ਉਹਦੇ ਮੁੱਕ ਜਾਂਦੇ। ਸਤਿਗੁਰੂ ਹੋਏ ਦਇਆਲ ਤਾਂ ਦੁੱਖ ਨਾ ਜਾਣੀਏ। ਜੇ ਸਤਿਗੁਰੂ ਦਿਆਲੂ ਕਿਰਪਾਲੂ ਹੋ ਜਾਂਦੇ ਨੇ ਤਾਂ ਵੱਡੇ ਤੋਂ ਵੱਡਾ ਦੁੱਖ ਵੀ ਸਾਨੂੰ ਦੁੱਖ ਨਹੀਂ ਦੇ ਸਕਦਾ। ਵੱਡੇ ਤੋਂ ਵੱਡਾ ਦੁੱਖ ਆਏ ਸਰੀਰਕ ਤੌਰ 'ਤੇ ਦੁਨੀਆ ਦੀਆਂ ਨਜ਼ਰਾਂ 'ਚ ਦਿਸਦਾ ਹੋਵੇਗਾ, ਪਰ ਉਹ ਸੇਵਕ ਫਿਰ ਦੁੱਖ ਨੂੰ ਦੁੱਖ ਨਹੀਂ ਜਾਣਦਾ। ਜਿਵੇਂ ਬਚਨ ਹਨ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨਦਾ। ਦੁੱਖ ਤਾਂ ਹੈ ਪਰ ਦੁੱਖ ਵਿੱਚ ਦੁੱਖ ਨੂੰ ਨਹੀਂ ਮੰਨਦਾ। ਦੁੱਖ ਦਾ ਪ੍ਰਭਾਵ ਕੋਈ ਨਹੀਂ, ਦੁੱਖ ਪੋ ਨਹੀਂ ਸਕਦਾ, ਕਿਉਂਕਿ ਦੁੱਖ ਵਿਸਾਰਨ ਸੇਵਿਆ ਸਦਾ ਸਦਾ ਦਾਤਾਰ। ਸੋ ਜੇ ਦੁੱਖ ਸਤਾਉਂਦਾ ਹੁੰਦਾ ਤੇ ਭਾਈ ਮਤੀ ਦਾਸ ਸਾਰੇ ਨਾਲ ਆਪਣਾ ਆਪ ਨਾ ਚਰਵਾ ਲੈਂਦਾ। ਜੇ ਦੁੱਖ ਸਤਾਉਂਦਾ ਹੁੰਦਾ ਤੇ ਭਾਈ ਮਨੀ ਸਿੰਘ ਆਪਣਾ ਬੰਦ ਨਾ ਕਟਾਉਂਦੇ। ਜੇ ਦੁੱਖ ਮਹਿਸੂਸ ਹੁੰਦਾ ਹੁੰਦਾ, ਦੁੱਖ ਕੋਈ ਹੋ ਸਕਦਾ, ਦੁੱਖ ਆਪਣਾ ਪ੍ਰਭਾਵ ਪਾ ਸਕਦਾ, ਤੇ ਭਾਈ ਤਾਰੂ ਸਿੰਘ ਖੋਪਰਾ ਨਾ ਲਵਾ ਲੈਂਦੇ। ਉਹਨਾਂ ਦੇ ਅਧੀਨ ਹੋ ਜਾਂਦੇ ਸਿੱਖ, ਡਰ ਜਾਂਦੇ ਅਧੀਨ ਹੋ ਕੇ ਤੇ ਸਾਰੇ ਸਰੀਰਕ ਸੁੱਖ ਮਾਣਦੇ। ਪਰ ਉਹਨਾਂ ਦੀ ਅਵਸਥਾ ਐਸੀ ਸਤਿਗੁਰਾਂ ਨੇ ਉਹਨਾਂ ਨੂੰ ਬਣਾਤੀ ਸੀ, ਬਖਸ਼ ਦਿੱਤੀ ਸੀ ਕਿ ਉਹਨਾਂ ਨੂੰ ਦੁੱਖ ਨਹੀਂ ਸੀ ਲੱਗਦਾ। ਸੋ ਇਸ ਪ੍ਰਕਾਰ ਸਤਿਗੁਰੂ ਦੀ ਇਹ ਐਸੀ ਬਖਸ਼ਿਸ਼ ਹੈ, ਤਾਂ ਫਿਰ ਦੁੱਖ ਨੂੰ ਦੁੱਖ ਕਰਕੇ ਨਹੀਂ ਜਾਣੀਦਾ। ਸਤਿਗੁਰੂ ਹੋਏ ਦਇਆਲ ਤਾਂ ਹਰ ਰੰਗ ਮਾਣੀਐ। ਜੇ ਸਤਿਗੁਰੂ ਜੀ ਦਿਆਲੂ ਕਿਰਪਾਲੂ ਹੋ ਜਾਂਦੇ ਨੇ ਤਾਂ ਹਰੀ ਪਰਮੇਸ਼ਰ ਅਕਾਲ ਪੁਰਖ ਦੇ ਰੰਗ, ਪ੍ਰੇਮ, ਆਨੰਦ ਨੂੰ, ਵਾਹਿਗੁਰੂ ਦੀ ਪ੍ਰਾਪਤੀ ਦੇ ਆਨੰਦ ਨੂੰ ਫਿਰ ਮਾਣੀਦਾ ਹੈ, ਭੋਗੀਦਾ ਹੈ। ਸਤਿਗੁਰੂ ਹੋਏ ਦਇਆਲ ਤਾਂ ਜਮ ਕਾ ਡਰ ਕੇ। ਜੇ ਸਤਿਗੁਰੂ ਦਿਆਲੂ ਕਿਰਪਾਲੂ ਹੋ ਜਾਂਦੇ ਨੇ ਤਾਂ ਜਿਹੜੇ ਧਰਮਰਾਜ ਦੇ ਦੂਤ ਹਨ ਜਾਂ ਧਰਮਰਾਜ ਖੁਦ ਹੈ, ਧਰਮਰਾਜ ਨੂੰ ਵੀ ਜਮਰਾਜ ਵੀ ਕਿਹਾ ਜਾਂਦਾ, ਜਮ ਵੀ ਕਿਹਾ ਜਾਂਦਾ, ਤੇ ਧਰਮਰਾਜ ਦੇ ਦੂਤਾਂ ਨੂੰ ਵੀ ਜਮ ਅੱਖਰ ਵਰਤ ਲਿਆ ਜਾਂਦਾ, ਜਮਦੂਤ ਜਾਂ ਜਮ। ਸੋ ਇਹ ਅੱਖਰ ਵਰਤੇ ਜਾਂਦੇ ਨੇ ਜਿਹੜੇ ਉਹਦੇ ਭੇਜੇ ਹੋਏ ਅਹਿਲਕਾਰ ਦੂਤ ਨੇ। ਤੇ ਇਹਨਾਂ ਜਮਾਂ ਦਾ ਜਾਂ ਧਰਮਰਾਜ ਦਾ ਕਾਹਦਾ ਡਰ, ਫਿਰ ਕੈਸਾ ਡਰ ਵਿਆਪੇਗਾ? ਕੋਈ ਡਰ ਨਹੀਂ।
ਧਰਮ ਰਾਏ ਜਮ ਨੇੜ ਨਾ ਆਵੈ, ਮੇਰੇ ਠਾਕੁਰ ਕੇ ਜਨ ਪਿਆਰੇ। ਨਾਮ ਸੁਣਤ ਜਮ ਦੂਰੋਂ ਭਾਗੈ, ਮਤ ਮਾਰੇ ਹਰ ਜਿਉ ਵੇ ਪ੍ਰਵਾਹ। ਸੁਣ ਕੈ ਜਮ ਕੇ ਦੂਤ ਨਾਏ ਤੇਰਾ, ਛੱਡ ਜਾਹੇ। ਇੰਜ ਵੀ ਹਜ਼ੂਰ ਨੇ ਕਿਹਾ, ਪ੍ਰਤਾਪ ਤੁਮਾਰਾ ਦੇਖ ਕੇ ਜਮਦੂਤ ਛੱਡ ਜਾਹੇ। ਔਰ ਇਹ ਵੀ ਬਚਨ ਹਜ਼ੂਰ ਨੇ ਕਿਹਾ, ਨਾਮ ਧਿਆਇਨ ਸਾਜਨਾ ਜਨਮ ਪਦਾਰਥ ਜੀਤ। ਨਾਨਕ ਧਰਮ ਐਸੇ ਚਵਹਿ, ਕੀਤੋ ਭਵਨ ਪੁਨੀਤ। ਜਿਹੜੇ ਸੱਜਣ ਵਾਹਿਗੁਰੂ ਦਾ ਨਾਮ ਧਿਆਉਂਦੇ ਨੇ, ਮਨੁੱਖਾ ਜਨਮ ਰੂਪੀ ਪਦਾਰਥ ਨੂੰ ਉਹਨਾਂ ਜਿੱਤ ਲਿਆ। ਅਤੇ ਜਦੋਂ ਕਿਤੇ ਚਲੇ ਜਾਣ ਨਾ ਵਾਹਿਗੁਰੂ ਦੇ ਹੁਕਮ ਅਨੁਸਾਰ ਇਸ ਦੁਨੀਆ ਤੋਂ, ਧਰਮਰਾਜ ਦੀ ਕਚਹਿਰੀਪੁਰੀ ਚਲੇ ਜਾਣ, ਅਤੇ ਧਰਮ ਰਾਜਾ ਅੱਗੋਂ ਭੇਟਾ ਲੈ ਕੇ ਮਿਲਦਾ, ਇੰਜ ਕਹਿੰਦਾ ਵੀ ਆਓ ਰੱਬ ਦੇ ਪਿਆਰਿਓ, ਤੁਸਾਂ ਮੇਰਾ ਘਰ ਪਵਿੱਤਰ ਕਰ ਦਿੱਤਾ, ਕੀਤੋ ਭਵਨ ਪੁਨੀਤ। ਸੋ ਇਸ ਪ੍ਰਕਾਰ ਜਮਕਾਲ ਮਿਲੈ ਦੇ ਭੇਟ, ਸੇਵਕ ਨਿਤ ਹੋਈ। ਜਮਰਾਜ ਜਮਕਾਲ ਧਰਮ ਰਾਜਾ ਭੇਟਾ ਦੇ ਕੇ ਅੱਗੋਂ ਮਿਲਦਾ, ਨਿਤ ਦਾ ਸੇਵਕ ਬਣ ਜਾਂਦਾ। ਸੋ ਇਸ ਪ੍ਰਕਾਰ ਫਿਰ ਜਮਾਂ ਦਾ ਡਰ ਕਾਹਦਾ। ਸਤਿਗੁਰੂ ਹੋਏ ਦਇਆਲ ਤਾਂ ਸਦ ਹੀ ਸੁਖ ਦੇਹ। ਜੇ ਸਤਿਗੁਰੂ ਦਿਆਲੂ ਹੋ ਜਾਂਦੇ ਨੇ ਤਾਂ ਸਾਨੂੰ ਦੇਹ ਸਰੀਰਕ ਤੌਰ 'ਤੇ, ਸਾਡੇ ਇੰਦਰੀਆਂ ਨੂੰ, ਮਨ ਨੂੰ, ਸਰੀਰ ਨੂੰ ਸਦਾ ਵਾਸਤੇ ਸੁਖ ਦੀ ਪ੍ਰਾਪਤੀ ਹੁੰਦੀ ਹੈ। ਜਦੋਂ ਮਨ ਸੁਖੀ ਹੈ ਅਤੇ ਦੇਹ ਵੀ ਸੁਖੀ ਹੈ। ਉਹ ਮਨ ਜਿਹੜਾ ਗੁਰਮੁਖ ਪਿਆਰਿਆਂ ਦਾ, ਉਹ ਆਤਮਿਕ ਸੁਖ ਨੂੰ ਮਾਣਦਾ, ਆਨੰਦ ਮਾਣਦਾ ਹੈ, ਅਤੇ ਉਦੋਂ ਸਰੀਰ ਵੀ ਸੁਖ ਦੇ ਸਹਿਤ ਹੀ ਰਹਿੰਦਾ। ਸਤਿਗੁਰੂ ਹੋਏ ਦਇਆਲ ਤਾਂ ਨਵ ਨਿਧ ਪਾਈ ਹੈ। ਜੇ ਸਤਿਗੁਰੂ ਦਿਆਲੂ ਕਿਰਪਾਲੂ ਹੋ ਜਾਂਦੇ ਨੇ ਤਾਂ 9 ਨਿਧਾਂ, ਦੁਨੀਆ ਦੇ 9 ਖਜ਼ਾਨੇ, ਜਿਹਦੇ ਵਿੱਚ ਸਾਰਾ ਕੁਝ ਆ ਜਾਂਦਾ। 9 ਨਿਧਾਂ ਰੂਪੀ ਨਾਮ, 9 ਖਜ਼ਾਨਿਆਂ ਰੂਪ ਨਾਮ ਹੈ ਪਰਮੇਸ਼ਰ ਦਾ। ਕਿਉਂਕਿ ਜਿਹਦੇ ਪਾਸ ਨਾਮ ਹੈ, ਬ੍ਰਹਮ ਬਿੰਦਾ ਤਿਸ ਦਾ ਬ੍ਰਹਮਤ ਹੈ, ਏਕ ਸ਼ਬਦ ਲਿਵ ਲਾਏ। ਨਵਨਿਧੀ 18 ਸਿੱਧੀ ਪਿੱਛੇ ਲੱਗੀਆਂ, ਫਿਰ ਹੈ ਜੋ ਹਰ ਹਿਰਦੈ ਸਦਾ ਵਸਾਏ। 9 ਨਿਧਾਂ ਪ੍ਰਾਪਤ ਕਰ ਲੈਂਦੀਆਂ। ਭਾਵ ਕਿਸੇ ਪਦਾਰਥ ਦੀ, ਕਿਸੇ ਵਸਤੂ ਦੀ ਵੱਡੀ ਤੋਂ ਵੱਡੀ ਚੀਜ਼ ਦੀ ਤੋਟ ਨਹੀਂ। ਕਿਉਂਕਿ ਜਿਹਦੇ ਪੱਲੇ ਨਾਮ ਹੈ ਅਤੇ ਨਾਮ ਦੀਆਂ ਪ੍ਰਕਰਮਾਂ ਸਾਰੀਆਂ ਸ਼ਕਤੀਆਂ ਰਿੱਧੀਆਂ ਸਿੱਧੀਆਂ ਨਿਧੀਆਂ ਕਰ ਰਹੀਆਂ। ਸਤਿਗੁਰੂ ਹੋਏ ਦਇਆਲ ਤਾਂ ਨਵਨਿਧ ਪਾਈਐ, ਸਤਿਗੁਰੂ ਹੋਏ ਦਇਆਲ ਤਾਂ ਸੱਚ ਸਮਾਈਐ। ਸਤਿਗੁਰੂ ਜੀ ਬਹੁਤੇ ਦਿਆਲੂ ਕਿਰਪਾਲੂ ਹੋਣ ਅਤੇ ਫਿਰ ਅਖੀਰ ਨੂੰ ਸੱਚ ਸਰੂਪ ਪਰਮਾਤਮਾ ਵਿੱਚ ਹੀ ਸਮਾ ਜਾਈਦਾ ਹੈ। ਜੋ ਸਤਿਗੁਰੂ ਦੇ ਆਖੇ ਲੱਗਣ ਵਾਲਾ, ਜੇ ਤੇ ਸਤਿਗੁਰੂ ਰੀਝ ਪੈ ਜਿਹਦੀ ਭਾਵਨਾ ਤੇ ਦਇਆ ਦੇ ਘਰ 'ਚ ਆ ਕੇ ਤੁੱਠ ਪਏ, ਤਾਂ ਉਹ ਫਿਰ ਸੱਚ ਸਰੂਪ ਵਾਹਿਗੁਰੂ ਵਿੱਚ ਹੀ ਸਮਾਉਂਦਾ ਹੈ। ਸ਼ਲੋਕ ਮਹੱਲਾ ਪਹਿਲਾ। ਸਤਿਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਅਗਲਾ ਸ਼ਲੋਕ ਉਚਾਰਦੇ ਹਨ। ਸਿਰ ਖੋਹਾਏ ਪੀਐ ਮਲ ਵਾਣੀ, ਜੂਠਾ ਮਗ ਮਗ ਖਾਹੀ। ਹਿੰਦੁਸਤਾਨ ਦੇ ਅੰਦਰ ਜਿੱਥੇ ਜੋਗੀਆਂ ਦੇ ਫਿਰਕੇ ਨੇ 12, ਇਸੇ ਤਰ੍ਹਾਂ ਹੋਰ ਜੰਗਮ ਲੋਕ ਨੇ ਜਿਹੜੇ ਸ਼ਿਵ ਦੇ ਉਪਾਸ਼ਕ, ਬੋਦੀਆਂ ਜਿਹੀਆਂ ਬੰਨ੍ਹ ਕੇ ਸਿਰ 'ਤੇ ਟੱਲੀਆਂ ਵਜਾਉਂਦੇ ਦਿਸਣਗੇ, ਉਹਨਾਂ ਨੂੰ ਜੰਗਮ ਕਿਹਾ ਜਾਂਦਾ ਹੈ। ਇਸੇ ਤਰ੍ਹਾਂ ਸੰਨਿਆਸੀ ਲੋਕ ਨੇ, ਬਿਲਕੁਲ ਤਿਆਗ ਕਰ ਦੇਣਾ ਸੰਸਾਰ ਦਾ, ਉਹਨਾਂ ਨੂੰ ਸੰਨਿਆਸੀ ਕਿਹਾ ਜਾਂਦਾ। ਬ੍ਰਾਹਮਣਾਂ ਦੇ ਵੀ ਗੁਰੂ ਮੰਨੇ ਗਏ ਨੇ ਸੰਨਿਆਸੀ। ਇੱਕ ਇਹ ਭੇਖ ਹੈ ਸੰਨਿਆਸੀਆਂ ਦਾ, ਇੱਕ ਬੈਰਾਗੀ ਕਹਾਉਂਦੇ ਨੇ। ਔਰ ਇਸੇ ਪ੍ਰਕਾਰ ਇੱਕ ਬੁੱਧ ਮੱਤ ਨੂੰ ਮੰਨਣ ਵਾਲੇ ਬੋਧੀ ਨੇ, ਮਹਾਤਮਾ ਬੁੱਧ ਜੀ, ਸਿਧਾਰਥ ਜਿਨ੍ਹਾਂ ਦਾ ਨਾਮ ਸੀ ਪਹਿਲਾਂ, ਉਹ ਬੰਦਗੀ ਕਰਕੇ ਗਿਆਨ ਦੀ ਪ੍ਰਾਪਤੀ ਵਾਲੇ ਹੋਏ ਅਤੇ ਉਹਨਾਂ ਨੂੰ ਮਹਾਤਮਾ ਬੁੱਧ ਕਿਹਾ ਗਿਆ ਹਿੰਦੁਸਤਾਨ 'ਚ। ਔਰ ਉਸ ਫਿਰਕੇ ਵਾਲੇ ਬੋਧੀ ਅਤੇ ਇੱਕ ਮਹਾਂਵੀਰ ਜੀ ਹੋਏ ਨੇ ਹਿੰਦੁਸਤਾਨ 'ਚ ਮਹਾਤਮਾ, ਉਹਨਾਂ ਦਾ ਜਿਹੜਾ ਫਿਰਕਾ ਚੱਲਿਆ ਉਹ ਬਣੇ ਜੈਨੀ। ਉਹਨਾਂ ਜੈਨੀਆਂ ਨੂੰ ਸਰੇਵੜੇ ਵੀ ਕਿਹਾ ਜਾਂਦਾ, ਸਰੇਵੜੇ। ਸੋ ਇਸ ਪ੍ਰਕਾਰ ਇਹ 6 ਭੇਖ ਹਨ। ਇਹ ਜਿਹੜੇ ਸਰੇਵੜੇ ਹਨ, ਇਹਨਾਂ ਦੀ ਕਿਰਿਆ ਬਾਰੇ ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਨਾਨਕ ਦੇਵ ਜੀ ਦੱਸ ਰਹੇ ਨੇ। ਭਾਵ ਕਿ ਉਹਨਾਂ ਬਾਰੇ ਪੁੱਛ ਲਿਆ ਸਤਿਗੁਰਾਂ ਨੂੰ ਅਤੇ ਮਹਾਰਾਜ ਜਿਹੜਾ ਜੈਨ ਮੱਤ ਹੈ, ਇਹ ਸਾਰਾ ਕੁਝ ਸਹੀ ਹੈ ਇਹਨਾਂ ਦਾ, ਜੋ ਕੁਛ ਉਹ ਕਰਦੇ ਨੇ? ਤਾਂ ਗੁਰੂ ਮਹਾਰਾਜ ਦੱਸ ਰਹੇ ਨੇ, ਸਿਰ ਖੁਹਾਏ ਪੀਐ ਮਲ ਵਾਣੀ, ਜੂਠਾ ਮੰਗ ਮੰਗ ਖਾਹੀ। ਜਦੋਂ ਕਿਸੇ ਨੂੰ ਜੈਨੀ ਬਣਾਇਆ ਜਾਂਦਾ, ਭਾਵ ਚੇਲਾ ਬਣਾਇਆ ਜਾਂਦਾ, ਜਿਹੜੇ ਜੈਨ ਮੱਤ ਦੇ ਗੁਰੂ ਨੇ, ਉਹ ਕੋਲ ਬਿਠਾ ਕੇ ਅਤੇ ਹੱਥਾਂ ਨੂੰ ਸੁਆਹ ਮਲ ਕੇ ਅਤੇ ਕੱਲਾ ਉਹਦਾ ਜਿਹੜਾ ਕੇਸ ਹੈ ਨਾ, ਸਿਰ ਦਾ ਵਾਲ ਰੋਮ, ਉਹ ਪੁੱਟਦੇ ਨੇ।
ਤੇ ਇਸ ਤਰ੍ਹਾਂ ਉਹ ਆਪਣਾ ਸਿਰ ਖਵਾਉਂਦੇ ਨੇ। ਜਿਹੜੇ ਜੈਨੀ ਹਨ, ਚੇਲੇ ਬਣਨ ਵਾਸਤੇ, ਜੈਨ ਮਤ ਵਿੱਚ ਆਉਣ ਵਾਸਤੇ ਸਿਰ ਖੁਆਏ, ਸਿਰ ਦੇ ਕੇਸ ਖਵਾਉਣੇ, ਪਟਾਉਣੇ। ਪੀਐ ਮਲ ਵਾਣੀ, ਅਤੇ ਪੀਐ ਪੀਂਦੇ ਹਨ ਮਲ ਮੈਲ ਵਾਲਾ ਵਾਣੀ ਪਾਣੀ। ਜਾਨੀ ਉਹ ਸ਼ੁੱਧ ਜਿਹੜਾ ਸਾਫ ਸੁਥਰਾ ਪਾਣੀ ਹੈ ਉਹ ਵੀ ਨਹੀਂ ਗ੍ਰਹਿਣ ਕਰਦੇ, ਮੈਲਾ ਪਾਣੀ ਜਿਹੜਾ ਉਹ ਪੀਂਦੇ ਨੇ। ਅਤੇ ਧੋ ਧਾ, ਹੱਥਾਂ ਧੋਤਿਆਂ ਵਾਲਾ ਪਾਣੀ ਆਦਿਕ। ਜੂਠਾ ਮੰਗ ਮੰਗ ਖਾਹੀ, ਅਤੇ ਪਹਿਲਾਂ ਨਹੀਂ ਭੋਜਨ ਪਾਣੀ ਛਕਦੇ। ਜਦੋਂ ਰਸੋਈ 'ਚੋਂ ਕੋਈ ਹੋਰ ਬਾਕੀ ਸਾਰੇ ਛਕ ਲੈਂਦੇ ਨੇ, ਖਾ ਪੀ ਲੈਂਦੇ ਨੇ, ਅਤੇ ਬਚਿਆ ਖੁਚਿਆ ਭੋਜਨ ਉਹ ਖਾਂਦੇ ਨੇ। ਉਹ ਬਚੇ ਖੁਚੇ ਨੂੰ ਜੂਠਾ ਕਿਹਾ ਜਾਂਦਾ। ਸੋ ਇਸ ਪ੍ਰਕਾਰ ਜੂਠਾ ਭੋਜਨ ਮੰਗ ਮੰਗ ਕੇ ਉਹ ਖਾਂਦੇ ਨੇ। ਫੂਲ ਫਦੀਹਤ ਮੋਹਿ ਲੈਣ ਪੜਾਸਾਂ, ਪਾਣੀ ਦੇਖ ਸਗਾਹੀ। ਉਹ ਇਸ ਮਤ ਦੇ ਧਾਰਨੀ ਨੇ ਵੀ ਜੀਆਂ ਦੇ ਦਇਆ ਕਰਨੀ ਚਾਹੀਦੀ ਹੈ। ਮੂੰਹ 'ਤੇ ਵੀ ਪੱਟੀਆਂ ਜਿਹੀਆਂ ਬੰਨ੍ਹ ਕੇ ਰੱਖਦੇ ਆ ਵੀ ਹਵਾ ਦੇ ਵਿੱਚ ਕੋਈ ਜੀਵ ਜੰਤੂ ਸਾਡੇ ਮੂੰਹ 'ਚ ਪੈ ਕੇ ਨਾ ਮਰ ਜਾਏ। ਅਤੇ ਇਸ਼ਨਾਨ ਵੀ ਬਹੁਤ ਘੱਟ ਕਰਦੇ ਨੇ। ਅਤੇ ਇਸੇ ਪ੍ਰਕਾਰ ਜਦੋਂ ਉਹ ਮਲ ਤਿਆਗਦੇ ਨੇ, ਜਿਹੜਾ ਖਾਧਾ ਪੀਤਾ ਭੋਜਨ ਫਿਰ ਫੋਕਟ ਬਣ ਕੇ ਮਲ ਦੁਆਰ ਰਾਹੀਂ ਬਾਹਰ ਨਿਕਲਦਾ ਸਾਡੇ ਸਰੀਰ 'ਚੋਂ। ਜਦੋਂ ਆਪਣੀ ਗੰਦਗੀ ਤਿਆਗਣ ਜਾਂਦੇ ਹਨ ਬਾਹਰ ਖੇਤਾਂ 'ਚ, ਅਤੇ ਉਹ ਸੋਟੀਆਂ ਜਿਹੀਆਂ ਫੜ ਕੇ ਅਤੇ ਫੂਲ ਫਜ਼ੀਹਤ ਮੈਨੇ ਫਜ਼ੂਲ ਵਾਧੂ ਬਚਿਆ ਜਿਹੜਾ ਮਲ ਦੁਆਰ ਰਾਹੀਂ ਨਿਕਲਿਆ ਹੋਇਆ ਗੰਦ ਹੈ ਸਾਡੇ ਸਰੀਰ ਦਾ, ਉਹਨੂੰ ਫੋਲਦੇ ਨੇ ਵੀ ਕੋਈ ਜੀਅ ਜੰਤ ਵਿੱਚ ਮਰ ਨਾ ਜਾਏ, ਵਿੱਚ ਰਹਿ ਕੇ ਮਰ ਨਾ ਜਾਏ। ਔਰ ਮੂੰਹ ਤੋਂ ਪੜਾਸਾਂ, ਮੂੰਹ ਨਾਲ ਪੜਾਸਾਂ ਯਾਨੀ ਕਿ ਪੜਾਸ ਲੈਂਦੇ ਨੇ, ਹਵਾੜ ਲੈਂਦੇ। ਗੰਦੀ ਬਦਬੂ ਉਹਨਾਂ ਦੇ ਮੂੰਹ ਨੂੰ ਆਉਂਦੀ ਹੈ। ਅਤੇ ਪਾਣੀ ਦੇਖ ਸੰਗਾਹੀ, ਪਾਣੀ ਨੂੰ ਵੇਖ ਕੇ ਸੰਗਦੇ ਨੇ। ਜਲ ਨਹੀਂ ਵਰਤਦੇ, ਬਹੁਤ ਘੱਟ ਜਲ ਦੀ ਵਰਤੋਂ ਕਰਦੇ। ਭੇਡਾਂ ਵਾਂਗੀ ਸਿਰ ਖੁਹਾਇਨ ਭਰੀਅਨ ਹੱਥ ਸੁਆਹੀ। ਤਾਂ ਹਜ਼ੂਰ ਕਹਿੰਦੇ ਨੇ ਭੇਡਾਂ ਨੂੰ ਵੀ ਤਾਂ ਮੁੰਨਦੇ ਹੀ ਆ ਲੋਕ। ਅਤੇ ਇਸ ਤਰ੍ਹਾਂ ਭੇਡਾਂ ਵਾਂਗੂ, ਭੇਡਾਂ ਵਾਂਗਰਾਂ, ਭੇਡਾਂ ਦੀ ਨਿਆਈ ਆਪਣੇ ਸਿਰ ਖੁਆਉਂਦੇ ਨੇ, ਸਿਰ ਦੇ ਵਾਲ ਪਟਾਉਂਦੇ ਨੇ। ਭਰੀਅਨ ਹੱਥ ਸੁਆਹੀ, ਜਿਹੜੇ ਵਾਲ ਪੁੱਟਣ ਵਾਲੇ ਨੇ ਉਹਨਾਂ ਦੇ ਹੱਥ ਸੁਆਹ ਨਾਲ ਭਰਦੇ ਆ। ਗੁਰੂਆਂ ਦੇ ਜਿਹੜੇ ਗੁਰੂ ਉਹਨਾਂ ਦੇ ਕੇਸ ਪੁੱਟਦੇ ਆ ਨਾ, ਉਹਨਾਂ ਰੋੜ ਭੋੜ ਕਰਨ ਵਾਸਤੇ, ਅਤੇ ਉਹਨਾਂ ਦੇ ਹੱਥ ਵੀ ਸੁਆਹ ਨਾਲ ਭਰ ਜਾਂਦੇ ਨੇ। ਮਾਊ ਪੀਊ ਕਿਰਤ ਗਵਾਇਨ, ਆਪਣੇ ਮਾਂ ਪਿਓ ਵਾਲੀ ਜਿਹੜੀ ਕਿਰਤ ਹੁੰਦੀ ਆ, ਗ੍ਰਸਤੀ ਜਿਹੜੇ ਕਾਰ ਵਿਹਾਰ ਕਰਕੇ ਅੱਗੇ ਗੁਜ਼ਾਰਾ ਤੋਰਦੇ ਨੇ ਪਰਿਵਾਰ ਦਾ, ਜਾਂ ਖਾਨਦਾਨੀ ਰੀਤਾਂ ਹੁੰਦੀਆਂ ਪੁਰਾਣੇ ਸਮੇਂ ਤੋਂ ਆਪਣੇ, ਜਿਵੇਂ ਜੁਲਾਹਾ ਕੋਈ, ਅਤੇ ਉਹਦੇ ਵੱਡੇ ਵਡੇਰੇ ਕੱਪੜਾ ਬੁਣਨ ਦਾ ਕੰਮ ਕਰਦੇ, ਅੱਗੇ ਬੱਚਿਆਂ ਨੇ ਉਹ ਕੰਮ ਸਾਂਭ ਲਿਆ ਅੱਗੇ ਤੋਂ ਅੱਗੇ। ਇਹ ਮਾਂ ਪਿਓ ਵਾਲੀ ਜਿਹੜੀ ਕਿਰਤ ਸੀ ਉਹ ਗਵਾ ਦਿੰਦੇ ਨੇ, ਭਾਵ ਘਰ ਬਾਰੇ ਛੱਡ ਦਿੰਦੇ ਨੇ। ਟੱਬਰ ਰੋਵਨ ਤਾਹੀ, ਅਤੇ ਜਿਹੜਾ ਉਹਨਾਂ ਦਾ ਟੱਬਰ ਪਰਿਵਾਰ ਆ ਧਾਹਾਂ ਮਾਰ ਮਾਰ ਕੇ ਪਿੱਛੇ ਰੋਂਦਾ। ਜਿਹੜੇ ਉਹਨਾਂ ਜੈਨੀਆਂ ਦੇ ਚੇਲੇ ਬਣ ਕੇ, ਜੈਨੀ ਬਣ ਕੇ ਘਰੋਂ ਨਿਕਲ ਤੁਰਦੇ ਨੇ। ਉਹਨਾਂ ਪਿੰਡ ਨਾ ਪੱਤਲ ਕਿਰਿਆ, ਨਾ ਦੀਵਾ ਮੋਏ ਕਿਥਾਂ ਪਾਹੀ। ਉਹਨਾਂ ਪਿੰਡ ਨਾ ਪੱਤਲ ਕਿਰਿਆ, ਅਤੇ ਜਦੋਂ ਉਹ ਮਰ ਜਾਂਦੇ ਨੇ ਜੈਨੀ, ਅਤੇ ਉਹਨਾਂ ਦੇ ਵਾਸਤੇ ਪਿੰਡ ਨਹੀਂ ਭਰਾਏ ਜਾਂਦੇ, ਕਿਉਂਕਿ ਸਨਾਤਨ ਮਤ ਦੇ ਅੰਦਰ ਤੇ ਮਰਿਆਂ ਹੋਇਆਂ ਦੇ ਨਮਿੱਤ ਜੌਆਂ ਅਤੇ ਆਟੇ ਆਦਿਕ ਦੇ ਪਿੰਨੇ ਬਣਾ ਕੇ ਮਣਸੇ ਜਾਂਦੇ ਨੇ, ਅਤੇ ਬਿਰਛਾਂ ਦਿਆਂ ਪੱਤਿਆਂ ਦੇ ਉੱਪਰ ਭੋਜਨ ਪਾ ਕੇ ਜਾਨਵਰਾਂ ਪੰਛੀਆਂ ਵਾਸਤੇ ਬਾਹਰ ਰੱਖਿਆ ਜਾਂਦਾ। ਅਤੇ ਕਿਰਿਆ ਕਰਦੇ, ਸੰਸਕਾਰ ਦੀ ਕਿਰਿਆ ਬੜੀ ਵਿਧੀ ਨਾਲ ਹਿੰਦੂ ਮਤ ਦੇ ਲੋਕ ਕਰਦੇ ਨੇ, ਉਹਨਾਂ ਦਾ ਜਿਵੇਂ ਧਰਮ ਹੈ। ਤਾਂ ਹਜ਼ੂਰ ਕਹਿੰਦੇ ਨੇ ਕਿ ਭਾਵੇਂ ਇਹ ਜੈਨੀਆਂ ਦੀ ਕੋਈ ਕਿਰਿਆ ਨਹੀਂ ਹੁੰਦੀ, ਇਹਨਾਂ ਦੇ ਨਿਮਿਤ ਕੋਈ ਪਿੰਡ ਨਹੀਂ ਭਰਾਏ ਜਾਂਦੇ, ਪੱਤਲ ਨਹੀਂ ਅਰਪਣ ਕੀਤੇ ਜਾਂਦੇ, ਨਾ ਦੀਵਾ ਮੋਏ ਕਿਥਾਂ ਪਾਹੀ। ਇਹ ਕਿੱਥੇ ਮਰ ਕੇ ਜਾ ਪੈਂਦੇ ਨੇ ਪਤਾ ਨਹੀਂ, ਅਤੇ ਨਾ ਇਹਨਾਂ ਦਾ ਕੋਈ ਦੀਵਾ ਵੱਟੀ ਕਰਨ ਵਾਲਾ, ਮਿੱਟੀ ਦਾ ਦੀਵਾ ਬਣਾ ਕੇ ਵੀ ਕੋਈ ਬਾਲਦਾ ਨਹੀਂ ਇਹਨਾਂ ਦੇ ਵਾਸਤੇ। 68 ਤੀਰਥ ਦੇਣ ਨਾ ਢੋਈ, ਬ੍ਰਾਹਮਣ ਅੰਨਾ ਖਾਹੀ। 68 ਤੀਰਥ ਵੀ ਇਹਨਾਂ ਨੂੰ ਢੋਈ ਨਹੀਂ ਦਿੰਦੇ, ਭਾਵ ਕਿ ਤੀਰਥਾਂ 'ਤੇ ਇਸ਼ਨਾਨ ਕਰਨ ਨੂੰ ਜਾਂਦੇ ਹੀ ਨਹੀਂ ਜੈਨੀ। ਅਤੇ ਬ੍ਰਾਹਮਣ ਅੰਨ ਨਾ ਖਾਹੀ, ਇਹਨਾਂ ਪਾਸੋਂ ਲੈ ਕੇ ਬ੍ਰਾਹਮਣ ਵੀ ਅੰਨ ਨਹੀਂ ਖਾਂਦੇ, ਕਿਉਂਕਿ ਬ੍ਰਾਹਮਣਾਂ ਨੂੰ ਇਹ ਦਾਨ ਦਿੰਦੇ ਨਹੀਂ, ਅੰਨ ਭੋਜਨ ਛਕਾਉਂਦੇ ਨਹੀਂ ਹਨ, ਇਸ ਖਿਆਲ ਦੇ ਨਹੀਂ ਹਨ। ਸਦਾ ਕੁਚੀਲ ਰਹਿ ਹੈ ਦਿਨ ਰਾਤੀ, ਮੱਥੈ ਟਿਕੇ ਨਾਹੀ। ਸਦਾ ਕੁਚੀਲ, ਗੰਦੇ ਮੰਦੇ ਸਰੀਰਕ ਤੌਰ 'ਤੇ ਬਣ ਕੇ ਰਹਿੰਦੇ ਨੇ ਦਿਨ ਰਾਤ, ਅਤੇ ਮੱਥਿਆਂ 'ਤੇ ਇਸ਼ਨਾਨ ਕਰਕੇ ਟਿੱਕੇ ਵੀ ਨਹੀਂ ਲਾਉਂਦੇ, ਭਾਵ ਇਸ਼ਨਾਨ ਆਦਿਕ ਵੀ ਨਹੀਂ ਸੋਧਦੇ। ਹਿੰਦੂ 'ਤੇ ਇਸ਼ਨਾਨ ਕਰਕੇ ਫਿਰ ਕੇਸਰ ਕਸਤੂਰੀ
ਕੁੰਗੂ ਆਦਿਕ ਦੇ ਮੱਥੇ ਦੇ ਤਿਲਕ ਲਾਉਂਦੇ ਨੇ ਨਾ, ਇਹ ਟਿੱਕੇ ਵੀ ਨਹੀਂ ਲਾਉਂਦੇ। ਝੁੰਡੀ ਪਾਏ ਬਹਿਨ ਨਿਤ ਮਰਨਾ, ਦੜ ਦੀ ਬਾਣ ਨਾ ਜਾਹੀ। ਇਹ ਜਿਸ ਵੇਲੇ ਬਹਿੰਦੇ ਨੇ ਨਾ, ਨੀਵੀਂ ਪਾ ਕੇ ਉਦਾਸ ਜੇ ਹੋ ਕੇ ਬਹਿੰਦੇ ਨੇ, ਝੁੰਡੀ ਗਰਦਨ ਨੀਵੀਂ ਕਰਕੇ, ਅਤੇ ਇੰਝ ਬੈਠੇ ਹੁੰਦੇ ਨੇ ਜਿਵੇਂ ਕੋਈ ਮਰਨੇ 'ਤੇ ਆਇਆ ਹੋਵੇ, ਕੋਈ ਮਰ ਗਿਆ ਹੋਵੇ ਅਤੇ ਉਦੋਂ ਲੋਕ ਊਂਦੀ ਜੀ ਪਾ ਕੇ ਹੇਠਾਂ ਨੂੰ ਮੂੰਹ ਕਰਕੇ ਅਫਸੋਸ ਕਰਦੇ ਨੇ। ਇਸ ਪ੍ਰਕਾਰ ਇਹ ਜਿਵੇਂ ਕੋਈ ਮਰਿਆ ਹੁੰਦਾ, ਇੰਝ ਉਤਸ਼ਾਹੀ ਜੀਵਨ ਨਹੀਂ ਇਹਨਾਂ ਦਾ। ਇਹਨਾਂ ਦੇ ਜੀਵਨ ਵਿੱਚ ਕੋਈ ਉਤਸ਼ਾਹ ਚਾਓ, ਕੋਈ ਆਤਮਿਕ ਖੇੜਾ ਨਹੀਂ ਹੈ। ਦੜ ਦੀ ਬਾਣ ਨਾ ਜਾਹੀ। ਇਹਨਾਂ ਬਚਨਾਂ ਦਾ ਅਰਥ ਇੰਝ ਵੀ ਕੀਤਾ ਵੀ ਦੜੇ ਰਹਿੰਦੇ ਨੇ, ਕਿਤੇ ਸਤਸੰਗ ਦੀ ਬਾਣ ਦਰਬਾਰ ਵਿੱਚ ਨਹੀਂ ਜਾਂਦੇ। ਅਤੇ ਦੂਸਰਾ ਦੜ ਦੀ ਬਾਣ ਵਗੈਰਾ ਸ਼ਬਦ ਜਿਵੇਂ ਕਿਹਾ ਜਾਂਦਾ ਹੈ, ਦੜ ਦੀ ਬਾਣ ਦਰਬਾਰ ਵਗੈਰਾ, ਭਾਵ ਸਤਸੰਗ ਦਰਬਾਰ ਵਿੱਚ ਵੀ ਇਹ ਨਹੀਂ ਜਾਂਦੇ ਹਨ। ਸਤਸੰਗ ਕਰਨਾ ਵੀ ਅਹਿਮੀਅਤ ਨਹੀਂ ਸਮਝਦੇ। ਲੱਕੀ ਕਾਸੇ ਹੱਥੀ ਫੁੰਮਣ, ਅੱਗੋਂ ਪਿੱਛੀ ਜਾਹੀ। ਇਹਨਾਂ ਨੇ ਆਪਣਾ ਭੋਜਨ ਮੰਗ ਕੇ ਖਾਣ ਵਾਸਤੇ ਜਿਹੜਾ ਠੂਠਾ ਹੁੰਦਾ ਹੈ, ਉਹ ਵੀ ਲੱਕਾਂ ਕਮਰ ਦੇ ਨਾਲ ਬੱਧਾ ਹੁੰਦਾ, ਅਤੇ ਹੱਥਾਂ ਦੇ ਵਿੱਚ ਇਹ ਚੌਰੀ ਜੀ ਬਣਾ ਕੇ ਰੱਖਦੇ ਨੇ, ਉਹਨੂੰ ਫੁੰਮਣ ਜੇ ਹੁੰਦੇ ਅਗਲੇ ਪਾਸੇ ਲੱਗੇ। ਅਤੇ ਇਸ ਪ੍ਰਕਾਰ ਉਹ ਫੁੰਮਣ ਜੇ ਜਿਹੜੇ ਹਨ ਨਾ ਚੌਰ, ਉਹਦੇ ਨਾਲ ਅਗਲੇ ਪਾਸੇ ਥਾਂ ਸਾਫ਼ ਕਰਦੇ ਹੋਏ ਕਈ ਵਾਰੀ ਲੰਘਦੇ ਆ। ਜਿਹੜਾ ਅਗਲੇ ਪਾਸੇ ਗੁਰੂ ਹੁੰਦਾ ਇਹਨਾਂ ਦਾ, ਉਹ ਮੂਹਰੇ ਹੁੰਦਾ ਅਤੇ ਉਹ ਇੰਝ ਉਹਦੇ ਨਾਲ ਫੁੰਮਣਾਂ ਨਾਲ ਥਾਂ ਸਾਫ਼ ਕਰਦਾ ਅੱਗੇ ਜਾਂਦਾ, ਅਤੇ ਉਹਦੇ ਪਿੱਛੇ ਪਿੱਛੇ ਬਾਕੀ ਸਾਰੇ ਤੁਰਦੇ ਨੇ। ਉਹ ਰਾਹ ਬਣਾਉਂਦਾ ਵੀ ਕੋਈ ਜੀ ਜੰਤ ਸਾਡੇ ਪੈਰਾਂ ਥੱਲੇ ਆ ਕੇ ਮਰ ਨਾ ਜਾਏ। ਇਸ ਤਰ੍ਹਾਂ ਦਾ ਜੈਨ ਮਤ ਅੰਦਰ ਇਹੋ ਜਿਹੀ ਦਇਆ ਵੀ ਜੀਆਂ ਨੂੰ ਬਚਾ ਕੇ ਰੱਖਣਾ, ਮਰਨ ਨਹੀਂ ਦੇਣਾ, ਕੀੜਿਆਂ ਮਕੌੜਿਆਂ 'ਤੇ ਵੀ ਦਇਆ ਕਰਨੀ। ਇਸ ਖਿਆਲ ਦੇ ਨਾਲ ਬਹੁਤੇ ਵਹਿਮ ਭਰਮ ਚਲੇ ਗਏ। ਦਇਆ ਤੋਂ ਵੱਧ ਕੇ ਗਾਂਹ ਵਹਿਮ ਭਰਮ ਬਣ ਗਿਆ। ਇੱਕ ਅਗਲੇ ਪਾਸੇ ਤੁਰਦਾ, ਬਾਕੀ ਸਾਰੇ ਉਹਦੇ ਪਿੱਛੇ ਲਾਈਨ ਕਤਾਰ ਬਣਾ ਕੇ ਤੁਰਦੇ ਨੇ ਵੀ ਹੁਣ ਥਾਂ ਸਾਫ਼ ਹੈ, ਇੱਥੇ ਕੀੜਾ ਮਕੌੜਾ ਕੋਈ ਜਾਨਵਰ ਨਹੀਂ ਜੋ ਸਾਡੇ ਪੈਰ ਥੱਲੇ ਆ ਕੇ ਮਰ ਜਾਏ, ਹੁਣ ਠੀਕ ਆ। ਅਤੇ ਇਸ ਤਰ੍ਹਾਂ ਅੱਗੇ ਪਿੱਛੇ ਇੱਕ ਦੂਜੇ ਦੇ ਪਿੱਛੇ ਤੁਰ ਕੇ ਇਹ ਲੰਘਦੇ ਨੇ। ਨਾ ਇਹ ਜੋਗੀ ਨਾ ਇਹ ਜੰਗਮ। ਨਾ ਇਹ ਜੋਗੀਆਂ ਵਾਲੀ ਰੀਤ ਧਾਰਨ ਕਰਦੇ ਨੇ, ਨਾ ਜੰਗਮਾਂ ਵਾਲੀ, ਨਾ ਇਹ ਕਾਜੀ ਮੁੱਲਾ। ਨਾ ਹਿੰਦੂ ਮੱਤ ਵਾਲੇ ਰਹੇ ਅਤੇ ਨਾ ਕਾਜ਼ੀਆਂ ਮੁਲਾਣਿਆਂ ਵਾਲਾ ਇਹਨਾਂ ਦਾ ਜੀਵਨ ਹੈ ਵੀ ਉਸ ਪਾਸੇ ਕੁਰਾਨ ਸ਼ਰੀਫ ਆਦਿਕ ਪੜ੍ਹ ਕੇ ਇਸਲਾਮ ਦੇ ਧਾਰਨੀ 5 ਵਕਤ ਦੇ ਨਮਾਜ਼ੀ, ਉਹ ਵੀ ਨਹੀਂ। ਦੋਵਾਂ ਪਾਸਿਆਂ ਤੋਂ ਖਾਲੀ ਨੇ। ਦਈਏ ਵਿਗੋਏ ਫਿਰੇ ਵਿਗੁੱਤੇ। ਅਤੇ ਮਤ ਸਮਝਣਾ ਵੀ ਇਹ ਖਰੇ ਪਰਮੇਸ਼ਰ ਨੂੰ ਮਿਲੇ ਹੋਏ ਨੇ। ਤਾਂ ਹਜ਼ੂਰ ਕਹਿੰਦੇ ਨੇ ਜੋ ਪ੍ਰੇਰਕ ਹੈ ਨਾ ਵਾਹਿਗੁਰੂ, ਉਹਦੇ ਵਿਗੋਏ ਖੁਆਰ ਕੀਤੇ ਹੋਏ, ਫਿਰੇ ਵਿਗੁੱਤੇ ਖੁਆਰ ਹੋਏ ਫਿਰਦੇ ਹਨ। ਫਿੱਟਾ ਵੱਤੈ ਗੱਲਾ। ਇੱਥੇ ਗੱਲਾਂ ਪਾਠ ਬਿਲਕੁਲ ਨਹੀਂ ਕਰਨਾ। ਗੱਲਾ ਦਾ ਅਰਥ ਹੈ ਟੋਲਾ, ਉਹਨਾਂ ਦਾ ਸਮੁਦਾਇ, ਸਮੂਹ। ਉਹ ਜਿਵੇਂ ਕਿਹਾ ਜਾਂਦਾ ਆਵਾ ਹੀ ਉਤਿਆ ਹੋਇਆ। ਇਸ ਪ੍ਰਕਾਰ ਫਿਟਕਾਰਿਆ ਹੋਇਆ ਇਹਨਾਂ ਦਾ ਟੋਲਾ, ਫਿਟਕਾਰਿਆ ਹੋਇਆ ਟੋਲਾ ਫਿਰਦਾ ਇਹਨਾਂ ਦਾ। ਬੱਤਾ ਮੈਨਾਂ ਜਾਣਾ, ਇਹ ਇਹਨਾਂ ਦਾ ਸਾਰਾ ਟੋਲਾ ਫਿਟਕਾਰਿਆ ਹੋਇਆ ਤੁਰਿਆ ਫਿਰਦਾ, ਆਵਾ ਹੀ ਉਤਿਆ ਫਿਰਦਾ। ਹੁਣ ਮਹਾਰਾਜ ਕਹਿੰਦੇ ਨੇ ਆਪਣਾ ਸਿਧਾਂਤ ਵੀ ਜੀਆ ਮਾਰ ਜੀਵਾਲੇ ਸੋਈ। ਇਹਨਾਂ ਦੇ ਮਨ 'ਚ ਇਹ ਹੈ ਵੀ ਅਸੀਂ ਜੀਆਂ ਨੂੰ ਨਹੀਂ ਮਾਰਨਾ ਜਾਂ ਜਿਉਂਦੇ ਰੱਖਣਾ। ਲੋਕ ਹੋਰ ਜੀਆਂ ਨੂੰ ਮਾਰੀ ਜਾਂਦੇ ਆ, ਵਹਿੰਦੇ ਨਹੀਂ ਕੁਛ ਵੀ, ਵੇਖਦੇ ਨੇ ਥੱਲੇ ਪੈਰਾਂ ਥੱਲੇ ਜੀ ਮਰ ਜਾਂਦੇ ਆ ਇਤਿਆਦਿਕ। ਅਤੇ ਤਾਂ ਇਸ ਵਹਿਮ ਭਰਮ 'ਚ ਪਏ ਹੋਏ ਨੇ। ਮਹਾਰਾਜ ਕਹਿੰਦੇ ਜੀਆਂ ਨੂੰ ਮਾਰਨ ਵਾਲਾ ਅਤੇ ਮਰਿਆਂ ਨੂੰ ਜੀਵਾਲੇ, ਜਿਉਂਦੇ ਕਰਨ ਵਾਲਾ ਜਾਂ ਜੀਵਤ ਰੱਖਣ ਵਾਲਾ, ਜਦੋਂ ਤੱਕ ਨਹੀਂ ਕਿਸੇ ਨੂੰ ਮਰਨ ਦੇਣਾ ਉਦੋਂ ਤੱਕ ਪਰਮਾਤਮਾ ਦਾ ਹੁਕਮ ਹੈ, ਨਹੀਂ ਮਰਦਾ ਕੋਈ। ਅਤੇ ਜਦੋਂ ਕਿਸੇ ਨੂੰ ਵਾਹਿਗੁਰੂ ਨੇ ਮਾਰਨਾ ਹੈ ਉਦੋਂ ਕੋਈ ਬਚਾ ਨਹੀਂ ਸਕਦਾ। ਜੀਆ ਮਾਰ ਜੀਵਾਲੇ ਸੋਈ। ਜੀਆਂ ਨੂੰ ਮਾਰਨ ਵਾਲਾ ਵੀ ਅਤੇ ਜੀਵਤ ਰੱਖਣ ਵਾਲਾ ਸੋਈ ਉਹੀ ਪਰਮਾਤਮਾ ਹੈ। ਅਵਰ ਨਾ ਕੋਈ ਰੱਖਾ, ਅਵਰ ਹੋਰ ਕੋਈ ਮਨੁੱਖ ਨਹੀਂ ਇੰਨਾ ਸ਼ਕਤੀ ਵਾਲਾ, ਜਾਂ ਕਿਸੇ ਦੇ ਹੱਥ ਵਿੱਚ ਕੋਈ ਤਾਕਤ ਨਹੀਂ ਵੀ ਕੋਈ ਕਿਸੇ ਨੂੰ ਬਚਾ ਕੇ ਰੱਖ ਸਕਦਾ ਹੋਵੇ। ਜਿਨਕੀ ਚੀਰੀ ਦਰਗਾਹ ਪਾਟੀ ਤਿੰਨਾਂ ਮਰਨਾ ਭਾਈ। ਜਿਨ੍ਹਾਂ ਦੀ ਚੀਰੀ ਚਿੱਠਾ ਦਫ਼ਤਰ ਵਿੱਚੋਂ ਪਰਮਾਤਮਾ ਦੇ ਹੁਕਮ ਦਰਗਾਹ ਵਿੱਚੋਂ ਪਾਟ ਗਿਆ ਨਾ, ਉਮਰ ਦੀ ਲੱਜ ਮੁੱਕ ਗਈ ਹੈ, ਉਹਨਾਂ ਦਾ ਭਾਈ ਮਰਨਾ ਹੀ, ਉਹਨਾਂ ਨੂੰ ਕੋਈ ਬਚਾ ਨਹੀਂ ਸਕਦਾ। ਦਾਨੋ ਤੈ ਇਸ਼ਨਾਨੋ ਵੰਝੇ, ਭੱਸ ਪਈ ਸਿਰ ਖੁੱਥੈ। ਨਾ ਤਾਂ ਇਹ ਦਾਨ ਕਰਦੇ ਨੇ, ਨਾ ਇਸ਼ਨਾਨ ਹੀ ਕਰਦੇ ਨੇ। ਇਸ਼ਨਾਨ ਅਤੇ ਦਾਨ ਤੋਂ ਵੰਝਿਆ ਰਹਿ ਗਏ, ਖਾਲੀ ਰਹਿ ਗਏ। ਭੱਸ ਪਈ ਸਿਰ ਖੁੱਥੈ, ਅਤੇ ਇਹਨਾਂ ਦੇ ਸਿਰ 'ਤੇ ਖੋਏ ਹੋਏ ਨੇ। ਅਤੇ ਭੱਸ ਸੁਆਹ ਪਈ ਆ ਸਿਰ ਵਿੱਚ, ਉਹ ਹੱਥਾਂ ਨੂੰ ਸੁਆਹ ਮਲ ਮਲ ਕੇ ਇਹਨਾਂ ਦੇ ਕੇਸ ਪੁੱਟਦੇ ਹਨ।
ਤੇ ਇਸ ਪ੍ਰਕਾਰ ਜਦੋਂ ਕੇਸ ਥੋੜ੍ਹਾ ਉੱਗਦੇ ਫਿਰ ਪੁੱਟ ਦਿੰਦੇ ਨੇ। ਇਸ ਤਰ੍ਹਾਂ ਇਹਨਾਂ ਸਿਰ ਖੁੱਥਿਆਂ ਦੇ ਸਿਰ ਵਿੱਚ, ਖੁੱਥੇ ਹੋਏ ਸਿਰਾਂ ਦੇ ਵਿੱਚ ਭੱਸ ਸਵਾਹ ਹੀ ਮਿੱਟੀ ਹੀ ਪਈ ਹੈ, ਮਿਲਿਆ ਕੁਛ ਨਹੀਂ। ਸਵਾਹ ਪਈ ਸਿਰ 'ਚ, ਮਤਲਬ ਕੁਛ ਮਿਲਿਆ ਨਹੀਂ। ਇਹਨਾਂ ਕੁਛ ਕੀਤਾ, ਘਰ-ਬਾਰ ਛੱਡਿਆ, ਇਹਨੂੰ ਜੈਨੀ ਬਣ ਗਏ ਅਤੇ ਇਹਨਾਂ ਸੰਜਮ ਆਪਣੇ ਵੱਲੋਂ ਰੱਖਣ ਦਾ ਯਤਨ ਕੀਤਾ। ਮੂੰਹਾਂ 'ਤੇ ਵੀ ਪੱਟੀਆਂ ਬੰਨ੍ਹੀ ਫਿਰਦੇ ਆ ਅਤੇ ਇੰਨੀ ਮੈਲ ਜੰਮ ਜਾਂਦੀ ਹੈ ਦੰਦਾਂ 'ਤੇ, ਕਹਿੰਦੇ ਦਮੜੀ ਮਾਰਿਆਂ ਉੱਤੇ ਖੁੱਭ ਜਾਏ। ਇਸ ਪ੍ਰਕਾਰ ਕਹਿੰਦੇ ਦਾਨ ਅਤੇ ਇਸ਼ਨਾਨ ਤੋਂ ਖਾਲੀ ਰਹੇ ਅਤੇ ਮਿਲਿਆ ਵੀ ਕੁਛ ਨਾ, ਸਵਾਹ ਹੀ ਸਿਰ 'ਚ ਪਈ। ਪਾਣੀ ਵਿੱਚੋਂ ਰਤਨ ਉਪੰਨੇ, ਜਿਸ ਪਾਣੀ ਨੂੰ ਵਰਤਣ ਤੋਂ ਪਰਹੇਜ਼ ਕਰਦੇ, ਪਾਣੀ 'ਚ ਵੜਦੇ ਨਹੀਂ। ਮਹਾਰਾਜ ਕਹਿੰਦੇ ਪਾਣੀ ਵਿੱਚੋਂ ਰਤਨ ਉਪੰਨੇ ਮੇਰ ਕੀਆ ਮਧਾਣੀ। ਜਦੋਂ ਮੋਹਣੀ ਅਵਤਾਰ ਵੇਲੇ ਸਮੁੰਦਰ ਰਿੜਕਿਆ ਦੇਵਤਿਆਂ ਨੇ, ਸੁਮੇਰ ਪਰਬਤ ਨੂੰ ਕੀਤਾ ਸੀ ਮਧਾਣੀ ਦੇ ਰੂਪ ਵਿੱਚ, ਅਤੇ ਉਦੋਂ ਸਮੁੰਦਰ ਦੇ ਵਿੱਚੋਂ 14 ਰਤਨ ਉਪੰਨੇ ਪ੍ਰਗਟ ਹੋਏ ਸਨ। ਉਪੰਨੇ ਪੈਦਾ ਹੋਏ ਸੀ, ਭਾਵ ਪ੍ਰਗਟ ਹੋਏ ਸੀ ਦੁਨੀਆ ਵਿੱਚ। ਇਹ ਤਾਂ ਸਾਰੀ ਦੁਨੀਆ ਵਿੱਚ ਪ੍ਰਚਲਿਤ ਆ ਗੱਲ ਕਿ ਪਾਣੀ ਵਿੱਚੋਂ ਹੀ ਇਹ ਰਤਨ ਨਿਕਲੇ ਨੇ। ਇਹ ਤਾਂ ਤੁਰੀ ਆ ਰਹੀ ਹੈ ਗੱਲ ਗ੍ਰੰਥਾਂ ਵਿੱਚ, ਲੋਕਾਂ ਦੀ ਜ਼ੁਬਾਨ 'ਤੇ ਵੀ ਹੈ ਵੀ 14 ਰਤਨ ਕੱਢੇ ਸੀ ਸਮੁੰਦਰ ਵਿੱਚੋਂ, ਅਤੇ ਵਿੱਚ ਵੜੇ ਅਤੇ ਤਾਂ ਹੀ ਨਿਕਲਦੇ ਆ ਨਾ ਪਾਣੀ 'ਚੋਂ ਕੁਛ ਅਮੋਲ ਪਦਾਰਥ। ਪਾਣੀ ਵਿੱਚੋਂ ਹੁਣ ਵੀ ਲੱਭਦੇ ਨੇ, ਬੜੀਆਂ ਮਹਿੰਗੀਆਂ ਚੀਜ਼ਾਂ, ਵਸਤੂਆਂ, ਅਮੋਲਕ ਹੀਰੇ ਰਤਨ ਜਵਾਹਰ ਮਾਣਕ ਆਦਿਕ ਲੱਭਦੇ ਨੇ, ਪਰ ਪਾਣੀ ਵਿੱਚੋਂ ਨਿਕਲਦੇ ਨੇ। ਇਸ ਕਰਕੇ ਪਾਣੀ ਦੇ ਬੁਰਾ ਨਹੀਂ ਹੈ। 68 ਤੀਰਥ ਦੇਵੀ ਥਾਪੇ ਪੁਰਬੀ ਲੱਗੈ ਬਾਣੀ। 68 ਤੀਰਥ ਵੀ ਦੇਵਤਿਆਂ ਵਾਸਤੇ ਥਾਪੇ ਬਣਾਏ ਗਏ, ਉੱਥੇ ਇਸ਼ਨਾਨ ਹੀ ਕਰਦੇ ਨੇ। ਉਹ 68 ਤੀਰਥ ਵੀ ਪਾਣੀ ਦੇ ਬਣੇ ਨਾ, ਜਲ ਹੀ ਹੈ। ਉੱਥੇ ਜਾ ਕੇ ਦੇਵਤੇ ਆਦਿਕ ਇਸ਼ਨਾਨ ਕਰਦੇ ਰਹੇ, ਹੁਣ ਹੋਰ ਲੋਕ ਕਰਦੇ ਨੇ। ਪੁਰਬੀ ਲੱਗਾ, ਉੱਥੇ ਪੁਰਬ ਲੱਗਦੇ ਨੇ, ਪੁਰਬ ਮੇਲੇ ਲੱਗਦੇ ਨੇ, ਜੋੜ ਮੇਲੇ ਲੱਗਦੇ ਹਨ, ਅਤੇ ਬਾਣੀ ਉੱਥੇ ਵੇਦ ਬਾਣੀ ਆਦਿਕ ਦੀ ਕਥਾ ਵਾਰਤਾ ਹੁੰਦੀ। ਸੋ ਉੱਥੇ ਉਹ ਬਾਣੀ ਪੜ੍ਹ ਕੇ, ਭਾਵ ਵੇਦ ਬਾਣੀ ਨੂੰ, ਸ਼ਾਸਤਰ ਬਾਣੀ ਨੂੰ ਪੜ੍ਹ ਕੇ ਉਹਨਾਂ ਦੇ ਅਰਥ ਕਰਕੇ ਉਹ ਵਿਦਵਾਨ ਸੁਣਾਉਂਦੇ ਹਨ। ਨਹਾਏ ਨਿਵਾਜਾ ਨਹਾਤੈ ਪੂਜਾ। ਹਜ਼ੂਰ ਕਹਿੰਦੇ ਨੇ ਵੀ ਨਹਾ ਕੇ ਹੀ ਨਮਾਜ਼ਾਂ ਅਦਾ ਕੀਤੀਆਂ ਜਾਂਦੀਆਂ। ਜਿਹੜੇ ਇਸਲਾਮ ਵਾਲੇ ਨੇ ਇਸ਼ਨਾਨ ਕਰਨ ਜਾਂ ਘੱਟ ਤੋਂ ਘੱਟ ਉਜੂ ਸਾਜਣਾ, 5 ਇਸ਼ਨਾਨਾਂ ਕਰਕੇ ਜਲ ਵਰਤ ਕੇ ਫਿਰ ਨਮਾਜ਼ ਅਦਾ ਕਰਦੇ। ਅਤੇ ਸਨਾਤਨ ਮਤ ਦੇ ਹਿੰਦੂ ਵੀ ਨਹਾਤੈ ਪੂਜਾ, ਨਹਾਉਣ ਤੋਂ ਬਾਅਦ ਹੀ ਪੂਜਾ ਕਰਦੇ, ਇਸ਼ਨਾਨ ਕਰਕੇ ਪੂਜਾ ਕਰਦੇ ਨੇ। ਨਹਾਵਨ ਸਦਾ ਸੁਜਾਣੀ, ਅਤੇ ਬਾਕੀ ਵੀ ਸਾਰੇ ਸਿਆਣੇ ਲੋਕ ਸਦਾ ਨਹਾਉਂਦੇ ਨੇ, ਰੋਜ਼ ਨਹਾਉਂਦੇ ਨੇ। ਮੋਇਆ ਜੀਵਨ ਦਿਆ ਗਤ ਹੋਵੇ ਜਾਂ ਸਿਰ ਪਾਈਐ ਪਾਣੀ। ਚਾਹੇ ਕੋਈ ਜਿਉਂਦਾ ਹੈ, ਬੱਚਾ ਜਨਮ ਲੈਂਦਾ ਉਦੋਂ ਵੀ ਉਹਦਾ ਇਸ਼ਨਾਨ ਕਰਾਇਆ ਜਾਂਦਾ, ਸਿਰ 'ਚ ਪਾਣੀ ਪਾਇਆ ਜਾਂਦਾ। ਕੋਈ ਚੜ੍ਹਾਈ ਕਰ ਜੇ, ਸੰਸਾਰ ਤੋਂ ਫੌਤ ਹੋ ਜੇ, ਸਰੀਰ ਦਾ ਅੰਤ ਹੋ ਜਾਏ, ਅਤੇ ਉਦੋਂ ਮੁਰਦਾ ਸਰੀਰ ਵੀ ਇਸ਼ਨਾਨ ਕਰਕੇ ਨਵਾ ਕੇ ਫਿਰ ਹੀ ਉਹਦੀ ਕਿਰਿਆ ਕੀਤੀ ਜਾਂਦੀ। ਅਤੇ ਜਿਉਂਦਿਆਂ ਵੀ ਗਤ ਹੋਵੇ ਚੰਗੀ ਗਤੀ, ਸਵੱਛਤਾ ਵਾਲੀ ਹਾਲਤ ਤਾਂ ਹੀ ਜੀਆਂ ਦੀ ਹੁੰਦੀ ਹੈ ਜੇ ਸਿਰ 'ਚ ਪਾਣੀ ਪਾਈਏ ਤਾਂ। ਪਰ ਪਾਣੀ ਤਾਂ ਸਾਰਿਆਂ ਵਾਸਤੇ ਚੰਗਾ। ਨਾਨਕ ਸਿਰ ਖੁੱਥੇ ਸ਼ੈਤਾਨੀ, ਇਹਨਾਂ ਗੱਲ ਨਾ ਪਾਣੀ। ਜਿਹੜੇ ਸਿਰ ਖਵਾਉਣ ਵਾਲੇ ਜੈਨੀ ਨੇ ਨਾ, ਇਹਨਾਂ ਦੇ ਅੰਦਰ ਸ਼ੈਤਾਨੀ ਹੈ, ਅਤੇ ਇਹਨਾਂ ਦੇ ਤਾਂ ਹੀ ਇਹ ਪਾਣੀ ਵਾਲੀ ਜਿਹੜੀ ਗੱਲ ਹੈ ਨਾ, ਇਸ਼ਨਾਨ ਕਰਨ ਵਾਲੀ, ਮੈਲ ਦੂਰ ਕਰਨ ਵਾਲੀ, ਇਹਨਾਂ ਨੂੰ ਗੱਲ ਚੰਗੀ ਨਹੀਂ ਲੱਗੀ। ਬੁੱਠਾ ਹੋਏ ਬਿਲਾਵਲ ਜੀਆ ਜੁਗਤ ਸਮਾਣੀ। ਜਦੋਂ ਬੁੱਠਾ ਵਸਣ ਦਾ ਨਾਮ, ਬੁੱਠਣ ਦਾ ਵਰਨ ਦਾ ਨਾਮ, ਜਿਹੜਾ ਮੀਂਹ ਵਰਦਾ, ਪਾਣੀ ਅਸਮਾਨ ਤੋਂ ਬੱਦਲਾਂ ਰਾਹੀਂ ਜਿਸ ਵੇਲੇ ਵਰਦਾ, ਅਤੇ ਤਾਂ ਹੀ ਬਿਲਾਵਲ ਆਨੰਦ ਖੇੜਾ ਦੁਨੀਆ ਵਿੱਚ ਹੁੰਦਾ, ਖੁਸ਼ੀ ਹੁੰਦੀ ਹੈ, ਖੇੜਾ ਹੁੰਦਾ। ਅਤੇ ਸਾਰਿਆਂ ਜੀਆਂ ਦੀ ਜਿਹੜੀ ਜੁਗਤ ਹੈ ਨਾ, ਜੀਵਨ ਦੀ ਜੁਗਤ, ਉਹ ਪਾਣੀ ਵਿੱਚ ਹੀ ਸਮਾਈ ਹੋਈ ਹੈ। ਕਿਉਂਕਿ ਪਾਣੀ ਪਿਤਾ ਜਗਤ ਕਾ, ਫਿਰ ਪਾਣੀ ਸਭ ਖਾਏ। ਪਾਣੀ ਵਿੱਚ ਜੀਵਨ ਹੈ। ਪਾਣੀ ਤੋਂ ਬਗੈਰ ਤਾਂ ਅਸੀਂ ਜਿਉਂਦੇ ਨਹੀਂ ਰਹਿ ਸਕਦੇ। ਸਾਡੇ ਸਰੀਰ ਵਿੱਚ ਵੀ ਪਾਣੀ ਹੈ। ਜੀਵਨ ਦੀ ਜੁਗਤੀ ਤਾਂ ਪਾਣੀ ਵਿੱਚ ਹੀ ਸਮਾਈ ਹੋਈ ਹੈ। ਬੁੱਠਾ ਅੰਨ ਕਮਾਦ ਕਪਾਹਾ ਸਭ ਸੈ ਪੜਦਾ ਹੋਵੇ। ਮੀਂਹ ਵਰਨ ਦੇ ਨਾਲ ਹੀ ਅਨਾਜ ਉੱਗਦਾ ਧਰਤੀ ਵਿੱਚ, ਪਲਦਾ ਹੈ, ਫਲੀਭੂਤ ਹੁੰਦਾ, ਅਤੇ ਅਸੀਂ ਉਸ ਅਨਾਜ ਨੂੰ ਖਾਂਦੇ ਪੀਂਦੇ ਹਾਂ, ਛਕਦੇ ਹਾਂ। ਅਤੇ ਕਮਾਦ ਜਿਹੜਾ ਗੰਨਾ ਹੈ, ਉਹਦੇ ਵਿੱਚ ਵੀ ਰਸ ਤਾਂ ਹੀ ਭਰਦਾ ਜੇ ਪਾਣੀ ਮਿਲੇ ਤਾਂ। ਕਪਾਹ, ਜਿਹੜੇ ਕਪਾਹ ਦੇ ਬੂਟੇ ਹਨ, ਉਹਨਾਂ ਵਿੱਚ ਵੀ ਪਾਣੀ ਦੁਆਰਾ ਹੀ ਰਸ ਪੈਂਦਾ, ਅਤੇ ਫਿਰ ਉਸ ਕਪਾਹ ਦੇ ਜਿਹੜਾ ਰੂਹ ਹੈ ਉਹਦੇ ਨਾਲ ਹੀ ਕੱਪੜੇ ਬਣਦੇ ਨੇ, ਅਤੇ ਉਹਨਾਂ ਕੱਪੜਿਆਂ ਦਾ ਸਭਨਾਂ ਤਾਂ ਹੀ ਸਰੀਰਾਂ 'ਤੇ ਪੜਦਾ ਹੁੰਦਾ।
ਵੁੱਠੈ ਘਾਹ ਚਰਹਿ ਨਿਤ ਸੁਰਹੀ ਸਾਹ ਧਨ ਦਹੀ ਵਿਲੋਵੈ। ਅਤੇ ਜਿਸ ਵੇਲੇ ਮੀਂਹ ਵਰਦਾ, ਉਸ ਮੀਂਹ ਵਰਨ ਦੇ ਨਾਲ ਪਾਣੀ ਦੇ ਨਾਲ ਹੀ ਘਾਹ ਪੈਦਾ ਹੁੰਦਾ ਹੈ, ਅਤੇ ਉਸ ਘਾਹ ਨੂੰ ਸੁਰਭੀਆਂ ਜਿਹੜੀਆਂ ਗਊਆਂ ਹਨ ਉਹ ਨਿਤ ਚੁਗਦੀਆਂ ਹਨ, ਚਰਦੀਆਂ ਹਨ, ਅਤੇ ਉਹਨਾਂ ਦੇ ਸਰੀਰਾਂ ਵਿੱਚ ਦੁੱਧ ਪੈਦਾ ਹੁੰਦਾ ਹੈ। ਅਤੇ ਫਿਰ ਉਸ ਦੁੱਧ ਨੂੰ ਚੋ ਕੇ ਜਿਹੜੀ ਸਾਹ ਧਨ ਇਸਤਰੀ ਸਵਾਣੀਆਂ ਹਨ, ਔਰਤਾਂ ਹਨ, ਉਸ ਦੁੱਧ ਨੂੰ ਜਾਗ ਲਾ ਕੇ, ਗਰਮ ਕਰਕੇ ਜਾਗ ਲਾ ਕੇ ਫਿਰ ਉਸ ਦਾ ਦਹੀਂ ਬਣਦਾ, ਉਹਨੂੰ ਰਿੜਕਦੀਆਂ ਹਨ। ਦਹੀਂ ਵਿਲੋਵਾ, ਦਹੀਂ ਨੂੰ ਵਿਲੋਵਾ ਰਿੜਕ ਕੇ ਮੱਥ ਕੇ ਉਹਦੇ ਵਿੱਚੋਂ ਮੱਖਣ ਕੱਢ ਕੇ ਫਿਰ ਉਹਨੂੰ ਤੱਤਾ ਕੀਤਾ ਜਾਂਦਾ। ਤੱਤਾ ਗਰਮ ਕਰਕੇ ਉਹਦਾ ਵਿੱਚ ਅਸਲੀ ਰਸ ਹੈ ਘਿਓ। ਤਿਤ ਘੇ ਹੋਮ ਜਗ ਸਦ ਪੂਜਾ ਪਇਐ ਕਾਰਜ ਸੋ ਹੈ। ਉਹ ਜਿਹੜਾ ਘਿਓ ਹੈ, ਉਸ ਘਿਓ ਦੀ ਹਵਨ ਜਦੋਂ ਕਰਦੇ ਆ ਹਿੰਦੂ ਮਤ ਦੇ ਲੋਕ, ਜਗ ਆਦਿਕ ਕਰਦੇ ਨੇ, ਉਹਦੇ ਵਿੱਚ ਉਹ ਘਿਓ ਵਰਤਿਆ ਜਾਂਦਾ। ਪੂਜਾ ਜਿਹੜੀ ਕਰਦੇ ਹਨ, ਅਨੇਕਾਂ ਤਰ੍ਹਾਂ ਦੇ ਪਦਾਰਥ ਆਦਿਕ ਬਣਾ ਕੇ ਪੂਜਾ ਕਰਨ ਵਿੱਚ ਵੀ ਘਿਓ ਵਰਤਿਆ ਜਾਂਦਾ ਹੈ। ਪਇਐ ਕਾਰਜ ਸੋ ਹੈ, ਘਿਓ ਪੈਣ ਦੇ ਨਾਲ ਹੀ ਵੱਡੇ ਵੱਡੇ ਕਾਰਜ ਜਿਹੜੇ ਆ ਸੋਹੰਦੇ ਹਨ। ਕੋਈ ਵੀ ਕਾਰਜ ਸੋਭਾ ਪਾਉਂਦਾ ਘਿਓ ਦੁਆਰਾ। ਹੁਣ ਮਹਾਰਾਜ ਕਹਿੰਦੇ ਨੇ ਇੱਕ ਹੋਰ ਇਸ਼ਨਾਨ ਵੀ ਹੈ, ਗੁਰੂ ਸਮੁੰਦ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਸਮੁੰਦਰ ਦੀ ਨਿਆਈ ਹਨ, ਨਦੀ ਸਭ ਸਿੱਖੀ। ਇਹਨਾਂ ਬਚਨਾਂ ਦਾ ਅਰਥ ਦੋ ਤਰ੍ਹਾਂ ਕੀਤਾ। ਜਿਹੜੀ ਸਤਿਗੁਰਾਂ ਦੀ ਸਿੱਖੀ ਸੇਵਕੀ ਭਾਵ ਸਤਸੰਗਤ ਹੈ, ਇਹ ਨਦੀ ਦੀ ਨਿਆਈ ਹੈ। ਦੂਸਰਾ ਅਰਥ ਕੀਤਾ, ਜਿਹੜੀ ਸਤਿਗੁਰਾਂ ਦੀ ਸਿੱਖੀ ਸਿੱਖਿਆ ਹੈ ਨਾ, ਇਹ ਸਭ ਨਦੀ ਦੀ ਨਿਆਈ ਹੈ। ਨਹਾਤੈ ਜਿਤ ਵਡਿਆਈ, ਸਿੱਖਿਆ ਵਿੱਚ, ਸਿੱਖਿਆ ਰੂਪੀ ਨਦੀ 'ਚ, ਜਾਂ ਗੁਰੂ ਰੂਪੀ ਸਮੁੰਦਰ 'ਚ, ਸਤਸੰਗਤ ਰੂਪੀ ਨਦੀ ਵਿੱਚ ਨਹਾਉਣ ਦੇ ਨਾਲ, ਜਿੱਥੇ ਨਹਾਉਣ ਦੇ ਨਾਲ ਵਡਿਆਈ ਪ੍ਰਾਪਤ ਹੁੰਦੀ ਹੈ ਦੋਵਾਂ ਜਹਾਨਾਂ ਦੀ। ਨਾਨਕ ਜੇ ਸਿਰ ਖੁੱਥੇ ਨਹਾਵਨ ਨਾਹੀਂ। ਮਹਾਰਾਜ ਕਹਿੰਦੇ ਜਿਹੜੇ ਜੀਵ ਇਸ ਸਤਸੰਗਤ ਰੂਪੀ ਨਦੀ ਵਿੱਚ, ਗੁਰੂ ਰੂਪੀ ਸਮੁੰਦਰ ਵਿੱਚ ਨਹੀਂ ਨਹਾਉਂਦੇ, ਉਹ ਵੀ ਇਹਨਾਂ ਜੈਨੀਆਂ ਸਿਰਖੁੱਥਿਆਂ ਵਰਗੇ ਨੇ। ਉਹ ਵੀ ਸਾਰੇ ਸਿਰਖੁੱਥੇ ਹਨ, ਚਾਹੇ ਜੈਨੀ ਹੋਣ, ਚਾਹੇ ਹੋਰ ਮਤ ਦਾ, ਚਾਹੇ ਕੁਛ ਕਿਸੇ ਤਰ੍ਹਾਂ ਦਾ। ਤਾਂ ਸੱਤ ਚੱਟੇ ਸਿਰ ਛਾਈ, 7 ਮੁੱਠਾਂ ਛਾਈ ਸੁਆਹ ਦੀਆਂ ਉਹਦੇ ਸਿਰ 'ਚ ਪਾਈਏ। ਸੋ ਇਸ ਪ੍ਰਕਾਰ ਇੱਕ ਚੱਟਾ ਮਲਾਹ ਲੋਕ ਜੇ ਬੇੜੀ 'ਚ ਪਾਣੀ ਭਰ ਜਾਏ ਅਤੇ ਇੱਕ ਉਹਨਾਂ ਕੋਲ ਚੱਟਾ ਹੁੰਦਾ, ਉਹਦੇ ਨਾਲ ਪਾਣੀ ਬਾਹਰ ਨੂੰ ਕੱਢਦੇ ਨੇ। ਸੋ ਇਸ ਪ੍ਰਕਾਰ ਉਹਦੇ ਵਾਸਤੇ ਵੀ 7 ਚੱਟੇ, ਸੈਂਕੜੇ ਚੱਟੇ ਉਹਨਾਂ ਦੇ ਸਿਰ 'ਚ ਛਾਈ ਸੁਆਹ ਪਾ ਦੇ ਉਹਨਾਂ ਲੋਕਾਂ ਦੇ। ਭਾਵ ਦੁਰਕਾਰਦੇ ਹਾਂ ਅਸੀਂ। ਹਜ਼ੂਰ ਕਹਿੰਦੇ ਉਹਨਾਂ ਨੂੰ ਨਿੰਦਦੇ ਹਾਂ। ਉਹ ਸਿਰਖੁੱਥੇ ਲੋਕ ਜੋ ਸਤਸੰਗਤ ਰੂਪੀ ਨਦੀ ਵਿੱਚ ਨਹੀਂ ਨਹਾਉਂਦੇ ਹਨ ਅਤੇ ਗੁਰੂ ਸਮੁੰਦਰ ਵਿੱਚ ਨਹੀਂ ਨਹਾਉਂਦੇ, ਉਹਨਾਂ ਦਾ ਜੀਵਨ ਬਿਰਥਾ ਹੈ। ਮਹੱਲਾ ਦੂਜਾ। ਧੰਨ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਬਚਨ ਫਰਮਾਉਂਦੇ ਨੇ, ਅੱਗੀ ਪਾਲਾ ਕਿਆ ਕਰੇ ਸੂਰਜ ਕੇ ਹੀ ਰਾਤ। ਜਿਹੜੀ ਅੱਗ ਹੈ ਉਹ ਜਿਸ ਵੇਲੇ ਮੱਚ ਰਹੀ ਹੈ ਅਤੇ ਉਹਨੂੰ ਪਾਲਾ, ਜਿਹੜੀ ਠੰਡ ਹੈ, ਉਹ ਕੀ ਉਹ ਅੱਗ ਦਾ ਵਿਗਾੜ ਸਕਦੀ ਹੈ? ਸੂਰਜ ਕੇ ਹੀ ਰਾਤ। ਅਤੇ ਸੂਰਜ ਦਾ ਰਾਤ ਦਾ ਜਿਹੜਾ ਹਨੇਰਾ ਹੈ, ਰਾਤ ਦਾ ਹਨੇਰਾ, ਉਹ ਸੂਰਜ ਦਾ ਕੀ ਵਿਗਾੜ ਸਕਦਾ? ਕਿਤੇ ਸੂਰਜ ਨੂੰ ਵੀ ਢੱਕ ਸਕਦੀ ਹੈ ਰਾਤ। ਸੂਰਜ ਨੂੰ ਰਾਤ ਕੁਛ ਨਹੀਂ ਕਰ ਸਕਦੀ। ਚੰਦ ਹਨੇਰਾ ਕੇ ਕਰੇ ਪੌਣ ਪਾਣੀ ਕਿਆ ਜਾਤ। ਜਿਹੜਾ ਰਾਤ ਦਾ ਹਨੇਰਾ, ਚੰਦਰਮਾ ਨੂੰ ਉਹ ਕੀ ਕਰ ਸਕਦਾ? ਅਤੇ ਜਿਹੜੀ ਜਾਤ ਹੈ ਕਿਸੇ ਮਨੁੱਖ ਦੀ, ਜਾਤ ਜਾਂ ਅਜਾਤ, ਨੀਵੀਂ ਜਾਤ ਦਾ, ਅਤੇ ਉਹ ਵੀ ਪੌਣ ਹਵਾ ਨੂੰ ਮਲੀਨ ਨਹੀਂ ਕਰ ਸਕਦਾ। ਪਾਣੀ ਨੂੰ ਉਹ ਨਹੀਂ ਕੁਝ ਵਿਗਾੜ ਸਕਦਾ। ਪਾਣੀ ਤਾਂ ਸਾਰਿਆਂ ਦੀ ਮੈਲ ਲਾਉਂਦਾ, ਅਤੇ ਉੱਚੀ ਜਾਤ ਵਾਲਾ ਵੀ ਕੁਛ ਨਹੀਂ ਕਰ ਸਕਦਾ। ਪੌਣ ਹਵਾ ਅਤੇ ਪਾਣੀ ਉੱਪਰ ਜਾਤ ਅਜਾਤ ਦਾ ਕੋਈ ਪ੍ਰਭਾਵ ਨਹੀਂ। ਕਿਸੇ ਦੀ ਉੱਚੀ ਜਾਤ ਵੀ ਇਹਨਾਂ ਦਾ ਕੀ ਵਿਗਾੜ ਸਕਦੀ? ਧਰਤੀ ਚੀਜੀ ਕੇ ਕਰੇ ਜਿਸ ਵਿੱਚ ਸਭ ਕੁਛ ਹੋਏ। ਜਿਹੜੀਆਂ ਚੀਜ਼ਾਂ ਹਨ ਇਸ ਮਾਤ ਲੋਕ ਦੇ, ਇਹ ਧਰਤੀ ਦਾ ਕੀ ਵਿਗਾੜ ਲੈਣਗੀਆਂ? ਕਿਉਂਕਿ ਜਿਸ ਧਰਤੀ ਦੇ ਵਿੱਚ ਸਭ ਕੁਛ ਹੀ ਹੁੰਦਾ, ਸਾਰੀਆਂ ਚੀਜ਼ਾਂ ਤਾਂ ਧਰਤੀ ਵਿੱਚੋਂ ਨਿਕਲਦੀਆਂ, ਅਤੇ ਇਹ ਵਸਤੂਆਂ ਧਰਤੀ ਦਾ ਕੀ ਵਿਗਾੜ ਲੈਣਗੀਆਂ? ਨਾਨਕ ਤਾਂ ਪਤ ਜਾਣੀਐ ਜਾਂ ਪਤ ਰੱਖੈ ਸੋਏ। ਹਜ਼ੂਰ ਕਹਿੰਦੇ ਨੇ ਸਤਿਗੁਰੂ ਅੰਗਦ ਦੇਵ ਜੀ ਕਿ ਉਸ ਵਿਅਕਤੀ ਦੀ ਪਤ ਜਾਣੀ ਦੀ ਹੈ ਜਦੋਂ ਪਤ ਰੱਖਦਾ ਉਹ ਪਰਮਾਤਮਾ। ਜਿਸ ਦੀ ਪਤ ਮੇਰਾ ਵਾਹਿਗੁਰੂ ਪਰਮਾਤਮਾ ਕਾਇਮ ਰੱਖਦਾ ਹੈ, ਉਹਦੀ ਪਤ ਕੋਈ ਵਿਗਾੜ ਨਹੀਂ ਸਕਦਾ। ਅਤੇ ਜਿਹਦੀ ਪਤ ਵਾਹਿਗੁਰੂ ਨਹੀਂ ਰੱਖਦਾ, ਉਹਦੀ ਪਤ ਕੋਈ ਹੈ ਹੀ ਨਹੀਂ, ਉਹਦੀ ਪਤ ਰਹਿ ਹੀ ਨਹੀਂ ਸਕਦੀ। ਪਤ ਇੱਜ਼ਤ ਤਾਂ ਹੀ ਅਸਲੀ ਜਾਣੀ ਜਾਵੇਗੀ ਅਸਲ ਮਹਿਨਿਆਂ ਵਿੱਚ, ਜੇ ਪਰਮਾਤਮਾ ਕਿਸੇ ਦੀ ਪਤ ਰੱਖਦਾ ਹੈ ਤਾਂ। ਪੌੜੀ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਪਹਿਲੇ ਪਾਤਸ਼ਾਹ ਜੀ ਦੇ ਮੁਬਾਰਕ ਬਚਨ ਹਨ।
ਤੁਧ ਸੱਚੇ ਸੁਭਾਨ ਸਦਾ ਕਲਾਣਿਆ। ਵਾਹਿਗੁਰੂ ਦੇ ਸਨਮੁਖ ਬਚਨ ਹੈ ਕਿ ਹੇ ਸੱਚ ਸਰੂਪ ਸੁਭਾਨ ਅਸਚਰਜ ਰੂਪ ਵਾਹਿਗੁਰੂ, ਮੈਂ ਸਦਾ ਵਾਸਤੇ ਤੇਰਾ ਕਲਾਣਿਆ ਜਸ ਗਾਇਆ ਹੈ। ਕਲਾਣ ਕਰਨੀ ਜਸ ਗਾਉਣਾ। ਮੈਂ ਸਦਾ ਵਾਸਤੇ ਸੱਚੇ ਪਾਤਸ਼ਾਹ ਹੈ ਅਸਚਰਜ ਰੂਪ ਸੱਚੇ ਅਕਾਲ ਪੁਰਖ ਜੀ ਤੁਹਾਡਾ ਜਸ ਗਾਇਆ। ਤੂੰ ਸੱਚਾ ਦੀਵਾਨ ਹੋਰ ਆਵਣ ਜਾਣਿਆ। ਦੀਵਾਨ ਸ਼ਬਦ ਦੇ ਕਈ ਅਰਥ ਨੇ। ਦੀਵਾਨ ਦਰਬਾਰ, ਦੀਵਾਨ ਹਾਕਮ, ਦੀਵਾਨ ਆਸਰਾ। ਸੋ ਸੱਚੇ ਪਾਤਸ਼ਾਹ ਤੂੰ ਸੱਚਾ ਆਸਰਾ ਹੈ ਸਾਡਾ, ਸਦੀਵੀ ਰਹਿਣ ਵਾਲਾ। ਤੂੰ ਸੱਚਾ ਦੀਵਾਨ ਹੈ, ਹਾਕਮ ਹੈ ਸੱਚੇ ਪਾਤਸ਼ਾਹ। ਹੋਰ ਆਵਣ ਜਾਣਿਆ, ਹੋਰ ਤੇ ਕੋਈ ਸਥਿਰ ਰਹਿਣ ਵਾਲਾ ਹੈ ਹੀ ਨਹੀਂ। ਹੋਰ ਜੋ ਕੁਛ ਵੀ ਤੂੰ ਰਚਿਆ ਹੈ ਸਭ ਆਉਣ ਜਾਣ ਵਾਲਾ ਹੈ। ਸੱਚ ਜੇ ਮੰਗਹਿ ਦਾਨ ਸੇ ਤੁਧੈ ਜਿਹਾ। ਮੰਗਹਿ ਬਹੁਵਚਨ ਸ਼ਬਦ ਹੈ। ਜਿਹੜੇ ਸੱਚ ਦਾਨ ਮੰਗਦੇ ਹਨ ਤੇਰੇ ਪਾਸੋਂ, ਭਾਵ ਸੱਚੇ ਨਾਮ ਦਾ ਦਾਨ। ਸੱਚ ਸਦੀਵੀ ਰਹਿਣ ਵਾਲਾ ਤਾਂ ਨਾਮ ਹੀ ਹੈ। ਸੱਚ ਹੈ ਵਾਹਿਗੁਰੂ ਅਤੇ ਸੱਚ ਹੈ ਵਾਹਿਗੁਰੂ ਦਾ ਨਾਮ। ਜਿਹੜੇ ਦਾਨ ਮੰਗਦੇ ਹਨ ਸੱਚਾ ਤੇਰੇ ਦਰ ਤੋਂ, ਭਾਵ ਸੱਚ ਦਾ ਦਾਨ, ਨਾਮ ਦਾ ਦਾਨ, ਜਿਹੜੇ ਇਹ ਦਾਨ ਮੰਗਦੇ ਨੇ, ਹੋਰ ਕੁਛ ਨਹੀਂ ਜੋ ਮੰਗਦੇ, ਸਿੱਤ ਦਾ ਜਿਹੇ ਉਹ ਤੇਰੇ ਵਰਗੇ ਹੀ ਹੋ ਗਏ ਨੇ। ਸੱਚ ਤੇਰਾ ਫਰਮਾਨ ਸਬਦੇ ਸੋਹਿਆ। ਸੱਚ ਹੈ ਤੇਰਾ ਫਰਮਾਨ ਹੁਕਮ। ਅਤੇ ਜਿਹੜੇ ਗੁਰਮੁਖਾਂ ਨੇ ਤੇਰੇ ਫਰਮਾਨ ਨੂੰ ਮੰਨਿਆ, ਤੇਰੇ ਹੁਕਮ ਵਿੱਚ ਅਦੂਲੀ ਨਹੀਂ ਕੀਤੀ, ਉਹ ਗੁਰੂ ਕੇ ਸ਼ਬਦ ਰਾਹੀਂ ਸੋਇਆ ਸ਼ੋਭਨੀਕ ਬਣ ਗਏ। ਉਹ ਸ਼ੋਭਨੀਕ ਹੋਏ ਹਨ ਜਿਨ੍ਹਾਂ ਤੇਰੇ ਫਰਮਾਨ ਨੂੰ ਮੰਨਿਆ ਹੈ। ਉਹਨਾਂ ਨੂੰ ਤੇਰਾ ਫਰਮਾਨ ਬਹੁਤ ਸ਼ਬਦ ਗੁਰੂ ਦੇ ਸ਼ਬਦ ਰਾਹੀਂ ਸੋਇਆ ਸੁੰਦਰ ਲੱਗਾ ਹੈ। ਮੰਨਿਆ ਗਿਆਨ ਧਿਆਨ ਤੁਧੈ ਤੇ ਪਾਇਆ। ਤੇਰੇ ਨਾਮ ਨੂੰ ਮੰਨ ਲੈਣ ਨਾਲ, ਤੇਰੇ ਹੁਕਮ ਨੂੰ, ਰਜਾ ਨੂੰ ਮੰਨ ਲੈਣ ਦੁਆਰਾ ਹੀ ਤੇਰੇ ਨਾਲ ਜਾਣ ਪਛਾਣ ਹੁੰਦੀ ਹੈ। ਗਿਆਨ ਜਾਣਕਾਰੀ। ਸੋ ਗਿਆਨ ਯਾਨੀ ਕਿ ਜਾਣ ਲੈਣਾ ਵਾਹਿਗੁਰੂ ਨੂੰ। ਮੰਨਣ ਨਾਲ ਹੀ ਤੇਰੇ ਨਾਲ ਜਾਣ ਪਛਾਣ, ਤੇਰਾ ਗਿਆਨ ਪ੍ਰਾਪਤ ਹੁੰਦਾ ਹੈ। ਅਤੇ ਧਿਆਨ, ਉੱਚੀ ਟਿਕੀ ਹੋਈ ਸੁਰਤ, ਇਹ ਤੁਧੈ ਤੇ ਪਾਇਆ। ਇਹ ਦੋਵੇਂ ਦਾਤਾਂ ਤੇਰੇ ਤੋਂ ਪ੍ਰਾਪਤ ਹੋਈਆਂ। ਗਿਆਨ ਵੀ ਅਤੇ ਧਿਆਨ ਵੀ ਤੇਰੇ ਦੁਆਰਾ ਹੀ, ਤੇਰੀ ਬਖਸ਼ਿਸ਼ ਨਾਲ ਹੀ ਪਾਇਆ ਜਿਸ ਨੇ ਪਾਇਆ। ਕਰਮ ਪਵੈ ਨਿਸ਼ਾਨ ਨਾ ਚੱਲੈ ਚਲਾਇਆ। ਤੇਰੇ ਕਰਮ ਤੇਰੀ ਬਖਸ਼ਿਸ਼ ਨਾਲ, ਫਾਰਸੀ ਭਾਸ਼ਾ ਸ਼ਬਦ ਕਰਮ ਹੈ, ਬਖਸ਼ਿਸ਼ ਦੀ ਥਾਂ ਵਰਤਿਆ ਜਾਂਦਾ। ਤੇਰੀ ਬਖਸ਼ਿਸ਼ ਦੁਆਰਾ ਉਹਨਾਂ ਦੇ ਮਸਤਕ 'ਤੇ ਪੈਂਦਾ ਹੈ ਨਿਸ਼ਾਨ, ਲੇਖ। ਨਾ ਚੱਲਿਆ ਚਲਾਇਆ, ਕਿਸ ਦਾ ਮਟਾਇਆ ਮਿਟਦਾ ਨਹੀਂ। ਜਿਹਦੇ ਮਸਤਕ 'ਤੇ ਤੇਰੀ ਬਖਸ਼ਿਸ਼ ਦਾ ਨਿਸ਼ਾਨ ਪੈ ਜਾਂਦਾ ਨਾ, ਲੇਖ ਪੈ ਜਾਂਦਾ ਹੈ ਵਾਹਿਗੁਰੂ, ਉਹ ਕਿਸੇ ਦੇ ਮਟਾਇਆ ਮਿਟ ਨਹੀਂ ਸਕਦਾ। ਤੂੰ ਸੱਚਾ ਦਾਤਾਰ ਨਿਤ ਦੇਵਹਿ ਚੜ੍ਹੈ ਸਵਾਇਆ। ਤੂੰ ਸੱਚ ਸਰੂਪ ਹੈ ਅਤੇ ਸਦਾ ਸਦਾ ਵਾਸਤੇ ਕਾਇਮ ਰਹਿਣ ਵਾਲਾ ਦਾਤਾਰ ਹੈ ਵਾਹਿਗੁਰੂ। ਨਿਤ ਹੀ ਦਿੰਦਾ ਹੈ ਸਾਰਿਆਂ ਨੂੰ ਦਾਤਾਂ, ਚੜ੍ਹੈ ਸਵਾਇਆ, ਅਤੇ ਬਖਸ਼ਿਸ਼ਾਂ ਕਰਨ ਵਿੱਚ ਸਵਾਇਆ ਹੁੰਦਾ ਜਾ ਰਿਹਾ। ਹੋਰ ਵੱਡੀਆਂ ਤੋਂ ਵੱਡੀਆਂ ਬਖਸ਼ਿਸ਼ਾਂ ਤੁਸੀਂ ਮਹਾਰਾਜ ਕਰ ਰਹੇ ਹੋ। ਤੁਹਾਡੀ ਬਖਸ਼ਿਸ਼ ਵਿੱਚ ਕੋਈ ਘਾਟਾ ਨਹੀਂ ਆਉਂਦਾ। ਜਿਹਨੂੰ ਤੁਸੀਂ ਬਖਸ਼ ਦਿੰਦੇ ਹੋ ਨਾ, ਜਿਨ੍ਹਾਂ ਦੇ ਤਾਈਂ ਦਾਤਾਂ, ਉਹ ਸਵਾਇਆ ਚੜ੍ਹਦੇ ਹਨ, ਅੱਗੇ ਤੋਂ ਅੱਗੇ ਵੱਧਦੇ ਹਨ। ਨਾਨਕ ਮੰਗੈ ਦਾਨ ਜੋ ਤੁਧ ਭਾਇਆ। ਸਤਿਗੁਰੂ ਨਾਨਕ ਮਹਾਰਾਜ ਚ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਕਿ ਮੈਂ ਤੇਰੇ ਦਰ ਤੋਂ ਦਾਨ ਉਹ ਮੰਗਦਾ ਹਾਂ ਜੋ ਤੁਧ ਭਾਇਆ, ਜੋ ਤੁਹਾਨੂੰ ਭਾਇਆ ਚੰਗਾ ਲੱਗਦਾ। ਜਿਹੜਾ ਦਾਨ, ਜਿਹੜੀ ਬਖਸ਼ਿਸ਼ ਤੁਹਾਡੀ ਮਰਜ਼ੀ ਨਾਲ ਮਿਲਦੀ ਹੈ, ਉਹ ਹੀ ਮੈਨੂੰ ਪ੍ਰਵਾਨ ਹੈ। ਮੈਂ ਉਹੀ ਮੰਗਦਾ ਹਾਂ। ਜੋ ਤੁਹਾਨੂੰ ਮਨਜ਼ੂਰ ਨਹੀਂ, ਜੋ ਤੁਸੀਂ ਖੁਸ਼ ਪ੍ਰਸੰਨ ਹੋ ਕੇ ਨਹੀਂ ਦੇਣੀ ਚਾਹੁੰਦੇ, ਮੈਂ ਜਿੱਦ ਕਰਕੇ ਨਹੀਂ ਮੰਗਦਾ। ਇਹਦਾ ਅਰਥ ਇਹ ਵੀ ਹੈ ਕਿ ਜੋ ਤੁਧ ਭਾਇਆ, ਜੋ ਤੁਹਾਨੂੰ ਭਾਇਆ ਚੰਗਾ ਲੱਗਦਾ, ਰਜਾ ਹੈ, ਅਤੇ ਉਸ ਰਜਾ ਨੂੰ ਮੰਨਣਾ ਮੈਂ ਤੁਹਾਡੇ ਦਰ ਤੋਂ ਮੰਗਦਾ। ਮੇਰੇ 'ਤੇ ਬਖਸ਼ਿਸ਼ ਕਰਕੇ ਮੈਂ ਤੁਹਾਡੀ ਰਜਾ ਨੂੰ, ਤੁਹਾਡੇ ਹੁਕਮ ਨੂੰ, ਤੁਹਾਡੀ ਆਗਿਆ ਨੂੰ, ਤੁਹਾਡੇ ਭਾਣੇ ਨੂੰ ਮੰਨ ਸਕਾਂ। ਸ਼ਲੋਕ ਮਹੱਲਾ ਦੂਜਾ। ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਦਾ ਇਹ ਉਚਾਰਨ ਕੀਤਾ ਸ਼ਲੋਕ ਹੈ। ਇਸ ਸ਼ਲੋਕ ਦੀਆਂ ਦੋ ਉਥਾਨਕਾਂ ਵੀ ਪ੍ਰਚਲਿਤ ਨੇ। ਇੱਕ ਤਾਂ ਇਹ ਕਿ ਜਦੋਂ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਪਾਵਨ ਸ਼੍ਰੀ ਲਹਿਣਾ ਜੀ ਨੂੰ ਗੁਰਗੱਦੀ ਦਾ ਤਿਲਕ ਦੇ ਕੇ ਗੁਰੂ ਗੱਦੀ 'ਤੇ ਸਥਾਪਨ ਕਰਕੇ ਆਪ ਜੋਤੀ ਜੋਤ ਸਮਾ ਗਏ, ਤਾਂ ਕੁਝ ਸਮੇਂ ਬਾਅਦ ਜਿਹੜੇ ਸਿੱਧ ਲੋਕ ਸਨ ਉਹ ਆਏ ਗੁਰੂ ਅੰਗਦ ਦੇਵ ਜੀ ਦੇ ਪਾਸ।
ਉਹਨਾਂ ਪ੍ਰਭਾਵ ਪਾਉਣਾ ਚਾਹਿਆ ਕਿ ਤੁਸੀਂ ਸਾਨੂੰ ਗੁਰੂ ਧਾਰਨ ਕਰੋ, ਜੋ ਚਾਹੋਗੇ ਮਿਲ ਜਾਏਗਾ। ਤਾਂ ਸਤਿਗੁਰੂ ਮਹਾਰਾਜ ਨੇ ਉਹਨਾਂ ਨੂੰ ਜਵਾਬ ਵਿੱਚ ਇਹ ਸ਼ਲੋਕ ਉਚਾਰਿਆ। ਦੂਸਰਾ, ਜਦੋਂ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਜੋਤੀ ਜੋਤ ਸਮਾਏ ਹਨ, ਉਦੋਂ ਭਾਈ ਬਾਲਾ ਜੀ ਨਗਰ ਤਲਵੰਡੀ ਰਾਏ ਭੋਏ ਦੀ ਤਲਵੰਡੀ ਗਏ ਹੋਏ ਸੀ ਅਤੇ ਕਾਫੀ ਸਮੇਂ ਬਾਅਦ ਆਏ ਸੀ। ਪਤਾ ਲੱਗਣ ਤੋਂ ਕਿ ਸ਼੍ਰੀ ਗੁਰੂ ਅੰਗਦ ਦੇਵ ਜੀ ਇਸ ਵੇਲੇ ਗੁਰਿਆਈ ਦੇ ਵਾਰਸ ਨੇ। ਤਾਂ ਭਾਈ ਬਾਲਾ ਜੀ ਆ ਕੇ ਮਿਲੇ ਅਤੇ ਸਤਿਗੁਰਾਂ ਦੇ ਚਰਨਾਂ 'ਚ ਬੇਨਤੀ ਕੀਤੀ, ਮਹਾਰਾਜ ਉਪਦੇਸ਼ ਦਿਓ। ਤਾਂ ਉਹਨਾਂ ਦੇ ਪ੍ਰਥਾਏ ਇਹ ਸ਼ਲੋਕ ਉਚਾਰਨ ਕੀਤਾ। ਦੋ ਤਰ੍ਹਾਂ ਦੀ ਉਥਾਨਕ ਇਤਿਹਾਸ ਵਿੱਚ ਪ੍ਰਚਲਿਤ ਹੈ। ਹਜ਼ੂਰ ਕਹਿੰਦੇ, ਦੀਖਿਆ ਆਖ ਬੁਝਾਇਆ ਸਿਫਤੀ ਸੱਚ ਸਮਿਓ। ਦੀਖਿਆ ਹੁੰਦੀ ਹੈ ਗੁਰੂ ਧਾਰਨ ਕਰਨ ਵੇਲੇ ਜਿਹੜੀ ਸਿੱਖਿਆ ਦਿੱਤੀ ਜਾਂਦੀ ਹੈ, ਜਿਨ੍ਹਾਂ ਦੇ ਤਾਈਂ ਉਸ ਸਤਿਗੁਰੂ ਨੇ, ਜੋ ਸਿਫਤੀ ਪ੍ਰਮਾਤਮਾ ਹੈ, ਸੱਚ ਸਰੂਪ ਹੈ, ਉਹਦੀ ਸਿਫਤਾਂ ਦੇ ਵਿੱਚ ਹੀ ਸਮਾਏ ਰਹਿਣ ਵਾਲੇ ਹਨ। ਉਹਨਾਂ ਸਤਿਗੁਰਾਂ ਨੇ ਜਿਨ੍ਹਾਂ ਦੇ ਤਾਈਂ ਦੀਖਿਆ, ਉਪਦੇਸ਼, ਸਿੱਖਿਆ ਆਖ ਕੇ, ਭਾਵ ਬੋਲ ਕੇ, ਉਪਦੇਸ਼ ਦੇ ਕੇ ਜਿਨ੍ਹਾਂ ਨੂੰ ਸਰੂਪ ਦਾ ਗਿਆਨ ਬੁਝਾ ਦਿੱਤਾ ਹੈ। ਤਿਨ ਕਉ ਕਿਆ ਉਪਦੇਸੀਐ ਜਿਨ ਗੁਰੂ ਨਾਨਕ ਦਿਓ। ਜਿਨ੍ਹਾਂ ਦੇ ਸਤਿਗੁਰੂ ਹੀ ਗੁਰੂ ਨਾਨਕ ਦੇਵ ਮਹਾਰਾਜ ਹਨ, ਉਹਨਾਂ ਨੂੰ ਕੀ ਉਪਦੇਸ਼ ਦੇਣਾ ਤੁਸੀਂ ਸਿੱਧੋ, ਜਾਂ ਕੀ ਉਪਦੇਸ਼ ਕੋਈ ਦੇ ਲਵੇਗਾ, ਜਿਨ੍ਹਾਂ ਦੇ ਸਤਿਗੁਰੂ ਗੁਰੂ ਨਾਨਕ ਸਾਹਿਬ ਨੇ। ਦੂਸਰਾ, ਭਾਈ ਬਾਲਾ ਜੀ ਜਿਸ ਆਪ ਜੀ ਦੇ ਗੁਰੂ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਹੋਣ, ਆਪ ਜੀ ਨੂੰ ਅਸੀਂ ਉਪਦੇਸ਼ ਕੀ ਦੇਣਾ। ਦੀਖਿਆ ਆਖ ਬੁਝਾਇਆ, ਜਿਨ੍ਹਾਂ ਦੇ ਤਾਈਂ ਦੀਖਿਆ, ਸਿੱਖਿਆ ਆਖ ਬੋਲ ਕੇ ਬੁਝਾਇਆ ਹੈ, ਗਿਆਨ ਪ੍ਰਾਪਤੀ ਕਰਾਈ ਹੈ। ਔਰ ਸਿਫਤੀ ਸੱਚ ਸਮਿਓ, ਇਹ ਬੁਝਾ ਦਿੱਤਾ ਕਿ ਸਿਫਤ ਸਰੂਪ ਜਿਹੜਾ ਪਰਮੇਸ਼ਵਰ ਹੈ, ਸੱਚ ਸਰੂਪ ਹੈ, ਉਹਦੇ ਵਿੱਚ ਹੀ ਸਮਾਏ ਰਹੋ, ਸਮਾ ਜਾਓ। ਫਿਰ ਤਿਨ ਕਉ ਕਿਆ ਉਪਦੇਸੀਐ ਜਿਨ ਗੁਰੂ ਨਾਨਕ ਦੇਵ। ਜਿਨ੍ਹਾਂ ਦੇ ਸਤਿਗੁਰੂ ਗੁਰੂ ਨਾਨਕ ਦੇਵ ਜੀ ਗੁਰੂ ਹਨ, ਉਹਨਾਂ ਨੂੰ ਫਿਰ ਕੀ ਉਪਦੇਸ਼ ਕਿਸੇ ਨੇ ਦੇ ਲੈਣਾ, ਕੀ ਸਿੱਖਿਆ ਅਸੀਂ ਦੇਣੀ ਹੈ। ਮਹੱਲਾ ਪਹਿਲਾ। ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਮਿਲਦਾ ਜੁਲਦਾ ਸ਼ਲੋਕ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਨੇ ਇੱਥੇ ਲਿਖਾਇਆ। ਆਪ ਬੁਝਾਏ ਸੋਈ ਬੁਝੈ। ਹਜ਼ੂਰ ਕਹਿੰਦੇ ਨੇ, ਜਿਸ ਦੇ ਤਾਈਂ ਪਰਮਾਤਮਾ ਆਪ ਬੁਝਾ ਦਿੰਦਾ, ਗਿਆਤ ਬਖਸ਼ ਦਿੰਦਾ ਹੈ, ਉਹੀ ਬੁਝਦਾ ਹੈ, ਭਾਵ ਉਹੀ ਜਾਣਦਾ। ਜਿਸ ਨੂੰ ਜਣਾਉਂਦੇ ਹਨ ਸੱਚੇ ਪਾਤਸ਼ਾਹ ਵਾਹਿਗੁਰੂ ਜੀ, ਉਹੀ ਕੁਛ ਬੁਝ ਸਕਦਾ, ਸਮਝ ਸਕਦਾ। ਜਿਸ ਆਪ ਸੁਝਾਏ ਤਿਸ ਸਭ ਕਿਛ ਸੂਝੈ। ਜਿਸ ਦੇ ਤਾਈਂ ਆਪ ਸੋਝੀ ਬਖਸ਼ਦੇ ਹਨ, ਸੁਝਾਉਣਾ ਹੁੰਦਾ, ਸੋਝੀ ਦੇਣੀ, ਗਿਆਤ ਬਖਸ਼ਣੀ। ਬੁੱਝਣਾ ਸਮਝਣਾ, ਸੋਝੀ ਗਿਆਤ, ਸੁਝਾਉਣਾ, ਸੋਝੀ ਗਿਆਤ ਪ੍ਰਾਪਤ ਹੋਣੀ। ਉਹਨੂੰ ਹੀ ਸਭ ਕੁਝ ਸੁੱਝ ਜਾਂਦਾ, ਕੀ ਬੁਰਾ ਕੀ ਭਲਾ, ਕੀ ਅਸਤ ਕੀ ਸਤ, ਕਿਸ ਵਾਸਤੇ ਜੀਵਨ ਮਿਲਿਆ ਹੈ ਇਤਿਆਦਿਕ। ਜਿਸ ਦੇ ਤਾਈਂ ਵਾਹਿਗੁਰੂ ਅੰਦਰ ਦੇ ਨੇਤਰ ਖੋਲ੍ਹ ਦਿੰਦਾ, ਉਹਨੂੰ ਸਭ ਕੁਛ ਹੀ ਸੁੱਝਦਾ, ਕਿੱਥੇ ਕੀ ਹੋ ਰਿਹਾ, ਕੀ ਕਰ ਰਿਹਾ, ਕਿ ਕਿਸ ਦੇ ਹਿਰਦੇ 'ਚ ਕਿਹਾ, ਇਹ ਵੀ ਗਿਆਤ ਹੋ ਜਾਂਦੀ। ਕਹਿ ਕਹਿ ਕਥਨਾ ਮਾਇਆ ਲੂਝੈ। ਅਤੇ ਜਿਹੜੇ ਜੀਵ ਵਾਹਿਗੁਰੂ ਦੀ ਬਖਸ਼ਿਸ਼ ਤੋਂ ਬਗੈਰ ਹਨ, ਅੱਖਰ ਪੜ੍ਹੇ ਹੋਏ ਨੇ, ਵਿੱਦਿਆ ਹੈ ਕੋਲ, ਅਤੇ ਜਿਹੜਾ ਕਥਨ ਕਰਦੇ ਨੇ, ਉਹ ਕਹਿ ਕਹਿ ਕੇ, ਬੋਲ ਬੋਲ ਕੇ ਕਥਨੀ ਲੋਕਾਂ ਨੂੰ ਸੁਣਾਉਂਦੇ ਨੇ, ਮਾਇਆ ਲੂਝੈ। ਪਰ ਉਹਨਾਂ ਦਾ ਮਨ ਜੋ ਹੈ ਮਾਇਆ ਦੀ ਖਾਤਰ ਲੁੱਝਦਾ ਹੈ, ਝਗੜੇ ਬਖੇੜੇ ਕਰਦਾ ਹੈ, ਅੰਦਰੋਂ ਤੜਫਦਾ ਹੈ, ਤਰਸਦਾ ਹੈ, ਲੁੱਝਣਾ ਹੁੰਦਾ ਹੈ। ਹੁਕਮੀ ਸਗਲ ਕਰੇ ਆਕਾਰ। ਹਜ਼ੂਰ ਕਹਿੰਦੇ ਨੇ, ਹੁਕਮ ਦਾ ਵਾਰਸ ਪਰਮਾਤਮਾ ਅਕਾਲ ਪੁਰਖ ਆਪਣੇ ਹੁਕਮ ਦੁਆਰਾ ਸਾਰੇ ਆਕਾਰ ਸਰੀਰ ਬਣਾਉਂਦਾ। ਆਪੇ ਜਾਣੈ ਸਰਬ ਵਿਚਾਰ, ਅਤੇ ਸਭਨਾਂ ਦੀਆਂ ਵਿਚਾਰਾਂ ਨੂੰ ਆਪ ਜਾਣਦਾ ਹੈ। ਕਿਹਨੂੰ ਕੀ ਚਾਹੀਦਾ, ਕਿਸ ਦੇ ਹਿਰਦੇ 'ਚ ਕਿਆ ਹੈ, ਕਿਸ ਦੀ ਕੀ ਭਾਵਨਾ ਹੈ। ਇਸੇ ਕਰਕੇ ਅੰਦਰ ਦੀ ਭਾਵਨਾ ਅਨੁਸਾਰ ਫਲ ਮਿਲਦਾ। ਪਰਮਾਤਮਾ ਨੂੰ ਬਾਹਰੀ ਵਿਖਾਵੇ ਨਾਲ ਕੋਈ ਰਜਾ ਨਹੀਂ ਸਕਦਾ। ਉਹ ਆਕਾਰ ਬਣਾਉਣ ਵਾਲਾ ਅਤੇ ਸਾਰਿਆਂ ਬਾਰੇ ਵਿਚਾਰ ਜਾਣਨ ਵਾਲਾ ਹੈ ਵਾਹਿਗੁਰੂ। ਅੱਖਰ ਨਾਨਕ ਅਖਿਓ ਆਪ। ਇਹ ਦੋ ਤਰ੍ਹਾਂ ਨਾਲ ਅਰਥ ਹੈ। ਅਖਰ ਜਿਹੜਾ ਖਰਦਾ ਨਹੀਂ ਕਦੇ ਵੀ, ਅਖਿਓ ਨਾਸ ਤੋਂ ਰਹਿਤ ਹੈ ਪਰਮੇਸ਼ਰ ਅਕਾਲ ਪੁਰਖ। ਔਰ ਦੂਸਰਾ ਅੱਖਰ ਨਾਨਕ ਅਖਿਓ ਆਪ। ਅੱਖਰ ਜਿਹੜਾ ਉਪਦੇਸ਼ ਹੈ, ਇਹ ਉਸ ਪਰਮਾਤਮਾ ਨੇ ਖੁਦ ਆਪ ਹੀ ਅਖਿਓ ਹੈ। ਅਖਿਓ ਮੈਨੇ ਬਾਣੀ ਨੂੰ ਆਪ ਹੀ ਆਖਿਆ, ਉਚਾਰਿਆ ਹੈ। ਲਹਿ ਭਰਾਤ ਹੋਵੇ ਜਿਸ ਦਾਤ। ਜਿਸ ਦੇ ਤਾਈਂ ਦਾਤ ਹੋਵੇ, ਪ੍ਰਾਪਤ ਹੁੰਦੀ ਹੈ, ਮਿਲ ਜਾਂਦੀ ਹੈ ਨਾ ਵਾਹਿਗੁਰੂ ਵੱਲੋਂ। ਜਿਸ ਨੂੰ ਇਹ ਬਾਣੀ ਦੀ, ਰੱਬੀ ਗਿਆਨ ਦੀ, ਆਤਮ ਗਿਆਨ ਦੀ ਦਾਤ ਮਿਲਦੀ ਹੈ, ਉਸ ਦੀ ਲਹਿ ਭ੍ਰਾਂਤੀ,
ਜਿਹੜੀ ਭ੍ਰਾਂਤੀ ਹੈ ਨਾ ਅੰਦਰ, ਭਰਮ ਹੈ, ਜਿਹੜਾ ਵਹਿਮ ਹੈ ਅੰਦਰ, ਹੋਰ ਨੂੰ ਹੋਰ ਸਮਝਣਾ, ਇਹ ਜਿਹੜਾ ਭਰਮ ਹੈ, ਵਹਿਮ ਹੈ, ਭ੍ਰਾਂਤੀ ਹੈ, ਭੇਦ ਹੈ, ਇਹ ਉਸ ਦਾ ਲੱਥ ਜਾਂਦਾ, ਦੂਰ ਹੋ ਜਾਂਦਾ। ਭਰਮ ਦੇ ਛੌੜ ਕੱਟੇ ਜਾਂਦੇ ਹਨ। ਪੌੜੀ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਬਚਨ ਫਰਮਾਉਂਦੇ, ਹਉ ਢਾਡੀ ਵੇਕਾਰ ਕਾਰੈ ਲਾਇਆ। ਹਜ਼ੂਰ ਆਪਣੇ ਆਪ ਨੂੰ ਢਾਡੀ ਕਹਿ ਰਹੇ ਨੇ ਕਿ ਮੈਂ ਉਸ ਖਸਮ ਅਕਾਲ ਪੁਰਖ ਪਰਮਾਤਮਾ ਦੇ ਦਰ ਦਾ ਢਾਡੀ ਹਾਂ, ਜਸ ਗਾਉਣ ਵਾਲਾ ਹਾਂ। ਮੈਂ ਪਹਿਲਾਂ ਵੇਕਾਰ ਸੀ, ਭਾਵ ਸੀ, ਕਿਸੇ ਕਾਰੋਬਾਰ ਵਿੱਚ ਨਹੀਂ ਸੀ ਲੱਗਾ ਹੋਇਆ, ਅਤੇ ਹੁਣ ਉਸ ਅਕਾਲ ਪੁਰਖ ਨੇ ਮੈਨੂੰ ਆਪਣੀ ਕਾਰ ਵਿੱਚ ਲਾ ਲਿਆ, ਜਸ ਗਾਉਣ ਦੀ ਕਾਰ ਵਿੱਚ ਲਾਇਆ ਹੈ। ਰਾਤ ਦੇਹੈ ਕੈ ਵਾਰ ਧੁਰੋਂ ਫਰਮਾਇਆ। ਧੁਰੋਂ ਹੀ ਫਰਮਾਨ ਹੁਕਮ ਜਾਰੀ ਕਰਕੇ ਮੈਨੂੰ ਰਾਤ ਦਿਨ ਆਪਣੀ ਵਾਰ ਭਾਵ ਜਸ ਗਾਉਣ ਵਿੱਚ ਲਾਇਆ। ਵਾਰ ਨਾਮ ਜਸ ਦਾ। ਰਾਤ ਦੇ ਦਿਨੇ ਸਦਾ ਹੀ ਆਪਣਾ ਜਸ ਗਾਉਣ ਦਾ ਫਰਮਾਨ ਧੁਰੋਂ ਕੀਤਾ ਹੋਇਆ, ਹੁਕਮ ਫਰਮਾ ਦਿੱਤਾ। ਢਾਡੀ ਸੱਚੈ ਮਹਿਲ ਖਸਮ ਬੁਲਾਇਆ। ਸੱਚੇ ਅਕਾਲ ਪੁਰਖ ਖਸਮ ਮਾਲਕ ਨੇ ਮੈਨੂੰ ਆਪਣੀ ਸੱਚੀ ਹਜ਼ੂਰੀ, ਆਪਣੇ ਮਹਿਲ ਵਿੱਚ ਆਪ ਬੁਲਾ ਲਿਆ, ਸੱਦਿਆ ਹੋਇਆ। ਸੱਚੀ ਸਿਫਤ ਸਲਾਹੇ ਕੱਪੜਾ ਪਾਇਆ। ਤਾਂ ਢਾਡੀ ਨੇ ਵਾਹਿਗੁਰੂ ਦੇ ਦਰ 'ਤੇ ਪਹੁੰਚ ਕੇ, ਜਿਵੇਂ ਭਾਈ ਗੁਰਦਾਸ ਨੇ ਲਿਖਿਆ, ਪਹਿਲਾਂ ਬਾਬੇ ਪਾਇਆ ਬਖਸ਼ਦਰ, ਪਿੱਛੋਂ ਦੇ ਫਿਰ ਘਾਲ ਕਮਾਈ, ਰੇਤ ਅਕ ਆਹਾਰ ਕਰ ਰੋੜਾਂ ਦੀ ਗੁਰ ਕਰੀ ਵਿਛਾਈ। ਭਾਰੀ ਕਰੀ ਤਪੱਸਿਆ ਵੱਡਾ ਭਾਗ ਹਰਸਿਉ ਬਣ ਆਈ। ਬਾਬਾ ਪੈਦਾ ਸੱਚ ਖੰਡ ਨੌਨਿਦ ਨਾਮ ਗਰੀਬੀ ਪਾਈ। ਸੋ ਇਸ ਪ੍ਰਕਾਰ ਸੱਚੀ ਸਿਫਤ ਸਲਾਹੇ ਕੱਪੜਾ ਪਾਇਆ। ਜੋ ਵਾਹਿਗੁਰੂ ਦੀ ਸੱਚੀ ਸਿਫਤ ਹੈ, ਉਸ ਸਿਫਤ ਦੁਆਰਾ ਵਾਹਿਗੁਰੂ ਨੂੰ ਜੋ ਸਲਾਹੁਣਾ ਹੈ, ਇਹ ਕੱਪੜਾ ਰੇਸ਼ਮੀ ਕੱਪੜਾ ਭਾਵ ਸਰੋਪੋ ਵਡਿਆਈ ਦਾ, ਬਖਸ਼ਿਸ਼ ਦਾ ਕੱਪੜਾ ਉਹਦੇ ਦਰ ਤੋਂ ਪ੍ਰਾਪਤ ਹੋਇਆ, ਸਰੋਪੋ ਮਿਲਿਆ ਉਹਦੀ ਸਿਫਤ ਸਲਾਹ ਦਾ। ਸੱਚਾ ਭੋਜਨ, ਸੱਚਾ ਅੰਮ੍ਰਿਤ ਨਾਮ ਭੋਜਨ ਆਇਆ। ਢਾਡੀ ਵਾਸਤੇ ਜਿਹੜਾ ਭੋਜਨ ਆਇਆ ਹੈ ਛਕਣ ਵਾਸਤੇ, ਵਾਹਿਗੁਰੂ ਦਾ ਸੱਚਾ ਅੰਮ੍ਰਿਤ ਵਰਗਾ ਮਿੱਠਾ ਨਾਮ, ਜਿਹੜਾ ਆਤਮਿਕ ਮੌਤ ਨੂੰ ਮਾਰ ਦਿੰਦਾ, ਆਤਮਿਕ ਮੌਤ ਤੋਂ ਜੀਵ ਨੂੰ ਰਹਿਤ ਕਰ ਦਿੰਦਾ, ਆਤਮਿਕ ਜੀਵਨ ਦੇਣ ਵਾਲਾ, ਜਿਸ ਵਰਗੀ ਮਿਠਾਸ ਹੋਰ ਕਿਤੇ ਹੈ ਹੀ ਨਹੀਂ। ਐਸਾ ਅੰਮ੍ਰਿਤ ਨਾਮ ਜੋ ਸੱਚਾ ਹੈ, ਇਹ ਭੋਜਨ ਵਜੋਂ ਮਿਲਿਆ ਹੈ। ਗੁਰਮਤੀ ਖਾਧਾ ਰੱਜ ਤਿਨ ਸੁਖ ਪਾਇਆ। ਜਿਨ੍ਹਾਂ ਨੇ ਗੁਰਾਂ ਦੀ ਮੱਤ ਸਿੱਖਿਆ ਦੁਆਰਾ ਰੱਜ ਕੇ ਖਾਧਾ ਇਸ ਭੋਜਨ ਨੂੰ, ਉਹਨਾਂ ਨੇ ਆਤਮਿਕ ਸੁਖ ਦੀ ਪ੍ਰਾਪਤੀ ਕੀਤੀ ਹੈ। ਜਿਹੜਾ ਵੀ ਗੁਰਮਤੀਆ ਬਣ ਗਿਆ, ਗੁਰੂ ਦੀ ਮੱਤ ਜਿਹਨੇ ਲੈ ਲਈ ਅਤੇ ਗੁਰੂ ਦੀ ਮੱਤ ਅਨੁਸਾਰ ਚੱਲਦਿਆਂ ਹੋਇਆਂ ਇਸ ਨਾਮ ਨੂੰ ਜਪਦਿਆਂ ਜਪਦਿਆਂ ਰੱਜ ਕੇ ਖਾਧਾ, ਪਵੰਦਰ ਵਸਾ ਲਿਆ, ਰੋਮ ਰੋਮ 'ਚ ਵਾਹਿਗੁਰੂ ਦੇ ਅੰਮ੍ਰਿਤ ਨਾਮ ਨੂੰ ਵਸਾ ਲਿਆ, ਉਹਨਾਂ ਨੇ ਆਤਮਿਕ ਸੁਖ ਪਾਇਆ। ਢਾਡੀ ਕਰੇ ਪਸਾਓ ਸ਼ਬਦ ਵਜਾਇਆ। ਜੋ ਪਸਾਓ ਸ਼ਬਦ ਹੈ, ਇਸ ਦੇ ਕਈ ਅਰਥ ਨੇ। ਇੱਕ ਤਾਂ ਪਸਾਓ ਦਾ ਅਰਥ ਹੈ ਦਾਤ। ਗੁਰ ਤੁੱਠਾ ਕਰੇ ਪਸਾਓ, ਨਿਤ ਦੇਵਹਿ ਕਰਹਿ ਪਸਾਓ, ਤੂੰ ਦੇਵਹਿ ਕਰਹਿ ਪਸਾਓ, ਆਸਾ ਦੀ ਵਾਰ 'ਚ ਬਚਨ ਆਉਂਦੇ ਨੇ। ਪਸਾਓ ਦਾਤ, ਅਤੇ ਇੱਕ ਪਸਾਓ ਦਾ ਅਰਥ ਹੈ ਪਸਾਰਾ। ਸੋ ਇਸ ਪ੍ਰਕਾਰ ਢਾਡੀ ਕਰੇ ਪਸਾਓ ਸ਼ਬਦ ਵਜਾਇਆ। ਢਾਡੀ ਆਪ ਹੀ ਇਸ ਸ਼ਬਦ ਨੂੰ ਪ੍ਰਾਪਤ ਕਰਕੇ ਅਤੇ ਸਾਂਭ ਕੇ ਲੁਕਾ ਕੇ ਨਹੀਂ ਬਹਿ ਗਿਆ। ਸਤਿਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਨੇ, ਜਿਵੇਂ ਹੋਰ ਕਈ ਮੱਤਾਂ ਵਾਲੇ ਨਾ ਸਾਡੇ ਹਿੰਦੁਸਤਾਨ 'ਚ ਬਨੌਟੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਵਿੱਤਰ ਬਾਣੀ ਦੀ ਵਰਤੋਂ ਕਰਦੇ ਨੇ ਲੋਕਾਂ 'ਚ ਪ੍ਰਚਾਰ ਕਰਨ ਲਈ, ਪਰ ਜਦੋਂ ਗੁਰੂ ਸ਼ਬਦ ਆਉਂਦਾ ਤਾਂ ਉਦੋਂ ਕਹਿੰਦੇ ਦੇਹਧਾਰੀ ਗੁਰੂ ਚਾਹੀਦਾ। ਸੋ ਇਸ ਪ੍ਰਕਾਰ ਉਹ ਕੰਨਾਂ 'ਚ ਮੰਤਰ ਦਿੰਦੇ ਨੇ, ਉਹ ਸ਼ਬਦ ਕੰਨ ਵਿੱਚ ਦਿੰਦੇ ਨੇ ਅਤੇ ਕਹਿੰਦੇ ਕਿਸੇ ਨੂੰ ਨਹੀਂ ਦੱਸਣਾ, ਜੇ ਦੱਸੇਗਾ ਤੇਰੇ ਮੂੰਹ 'ਚ ਕੀੜੇ ਪੈ ਜਾਣਗੇ। ਪਰ ਇੱਥੇ ਸਤਿਗੁਰੂ ਕਹਿ ਰਹੇ ਨੇ ਢਾਡੀ ਕਰੇ ਪਸਾਓ ਸ਼ਬਦ ਵਜਾਇਆ। ਜਿਹੜਾ ਢਾਡੀ ਨੇ ਸ਼ਬਦ ਵਜਾਇਆ ਹੈ, ਪ੍ਰਚਾਰਿਆ, ਆਪਣੇ ਹਿਰਦੇ 'ਚ ਵੀ ਵਜਾਇਆ। ਸ਼ਬਦ ਨੂੰ ਵਜਾਇਆ ਦਾ ਅਰਥ ਹੈ ਪ੍ਰਗਟ ਕੀਤਾ, ਅਤੇ ਮੈਂ ਢਾਡੀ ਬਣ ਕੇ ਇਹਦਾ ਪਸਾਓ ਕੀਤਾ, ਪ੍ਰਚਾਰਿਆ ਹੈ। ਖਿਲਾਰਨਾ, ਪਸਾਰਨਾ, ਪਸਾਓ ਦਾ ਅਰਥ ਹੈ ਵੀ ਅਸੀਂ ਢਾਡੀ ਬਣ ਕੇ ਵਾਹਿਗੁਰੂ ਦੇ ਨਾਮ ਦਾ ਜਸ ਸਿਫਤ ਸਲਾਹ, ਵਾਹਿਗੁਰੂ ਦੀ ਵਡਿਆਈ ਨੂੰ ਪ੍ਰਚਾਰਦੇ ਹਾਂ ਦੁਨੀਆ ਵਿੱਚ। ਅਸੀਂ ਪ੍ਰਚਾਰਿਆ ਹੈ, ਲੁਕਾ ਕੇ ਨਹੀਂ ਰੱਖ ਲਿਆ। ਨਾਨਕ ਸੱਚ ਸਲਾਹੇ ਪੂਰਾ ਪਾਇਆ। ਸਤਿਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਨੇ, ਸੱਚ ਸਰੂਪ ਪਰਮਾਤਮਾ ਦੀ ਸਲਾਹਤਾ ਕਰਕੇ ਹੀ ਪੂਰਾ ਪਾਇਆ ਜਿਸ ਨੇ ਪਾਇਆ। ਪੂਰਨ ਪਰਮਾਤਮਾ ਨੂੰ ਵਾਹਿਗੁਰੂ ਦੀ ਸਿਫਤ ਸਲਾਹ ਦਾ ਰੂਪ ਹੋ ਕੇ ਆਪਣੇ ਔਗਣ ਵਿਕਾਰ ਦੋਸ਼ ਜਿਹਨੇ ਮੇਟ ਲਏ, ਉਸੇ ਨੇ ਪੂਰਨ ਪਰਮਾਤਮਾ ਨੂੰ ਪ੍ਰਾਪਤ ਕੀਤਾ ਹੈ। ਇੱਥੇ ਮਾਝ ਰਾਗ ਦੀ ਵਾਰ ਦੀ ਸੰਪੂਰਨਤਾ ਹੋਈ ਹੈ।
ਅੱਗੇ ਬਚਨ ਲਿਖਿਆ ਹੋਇਆ ਸੁੱਧ। ਸੁੱਧ ਅਰਥ ਵੀ ਇਹ ਵਾਰ ਸ਼ੁੱਧ ਕੀਤੀ ਹੋਈ ਹੈ, ਇਹਦੇ ਵਿੱਚ ਕੋਈ ਅੱਖਰ ਲਗਾ ਮਾਤਰ ਕੋਈ ਵਾਧਾ ਘਾਟਾ ਨਾ ਕਰੇ। ਸੋ ਬਿਲਕੁਲ ਇਹ ਸ਼ੁੱਧ ਹੈ, ਸੋਧ ਕੇ ਲਿਖੀ ਹੋਈ ਹੈ, ਪਰ ਕਿਸੇ ਨੂੰ ਵੀ ਕੋਈ ਕਲਮ ਚੁੱਕਣ ਦਾ ਅਧਿਕਾਰ ਆਦਿਕ ਨਹੀਂ। ਬਾਣੀ ਵਿੱਚ ਕੋਈ ਤਬਦੀਲੀ ਨਾ ਕਰੇ। ਇਹ ਇੱਥੇ 150 ਅੰਗ ਤੇ ਇਹ ਮਾਝ ਰਾਗ ਦੀ ਵਾਰ ਸੰਪੂਰਨ ਹੋਈ ਹੈ। ਇਸ ਤੋਂ ਅੱਗੇ ਗੌੜੀ ਰਾਗ ਦੀ ਆਰੰਭਤਾ ਹੋਵੇਗੀ। ਅੱਜ ਹੋਈਆਂ ਭੁੱਲਾਂ ਚੁੱਕਾਂ ਸਤਿਗੁਰੂ ਮਹਾਰਾਜ ਤੇ ਗੁਰੂ ਕੀ ਸੰਗਤ ਨੇ ਖਿਮਾ ਕਰਨੀਆਂ, ਅੱਗੇ ਵਾਸਤੇ ਸੁਮਤ ਬਖਸ਼ਣੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।